ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਵਾਹਿਗੁਰੂ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਵਾਹਿਗੁਰੂ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਵਾਹਿਗੁਰੂ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ, ਸੰਗਣਾ ਨਹੀਂ ਹੈ। ਸੰਗਣ ਸ਼ਰਮ ਦੀ ਕੋਈ ਗੱਲ ਨਹੀਂ ਹੈ। ਉਮਰ ਦਾ ਕੋਈ ਤਕਾਜ਼ਾ ਨਹੀਂ ਹੈ। ਗੁਰੂ ਦੇ ਘਰ ਦੇ ਵਿੱਚ ਸਤਿਗੁਰੂ ਜੀ ਦਾ ਦਿੱਤਾ ਸਿਧਾਂਤ ਸਦੀਵ ਨਵਾਂ ਹੈ ਔਰ ਇਹ ਨਵਾਂ ਹੀ ਰਹਿਣਾ ਹੈ। ਸਾਧ ਸੰਗਤ ਜੀ ਸਤਿਗੁਰ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਕਦੀ ਵੀ ਇਹ ਗੱਲੋਂ ਨਹੀਂ ਝੱਕਣਾ ਮੇਰੀ ਉਮਰ ਲੰਘ ਗਈ ਹੈ। ਸਿੱਖ ਨੇ ਸਦਾ ਤਿਆਰ ਬਰ ਤਿਆਰ ਚੜ੍ਹਦੀ ਕਲਾ 'ਚ ਰਹਿਣਾ ਹੈ। ਮਨ ਵਾਲੇ ਪੱਖੋਂ ਸਰੀਰਾਂ 'ਚ ਢਿੱਲਾਂ ਮੱਠਾਂ ਹੁੰਦੀਆਂ ਰਹਿੰਦੀਆਂ ਨੇ, ਕਈ ਘਾਟੇ ਵੱਧਦੇ ਚੱਲਦੇ, ਪਰ ਸਾਧ ਸੰਗਤ ਜੀ ਸਿੱਖ ਨੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ। ਤਿਆਰ ਬਰ ਤਿਆਰ ਰਹਿਣਾ ਹੈ। ਸਰੀਰ ਢਿੱਲਾ ਹੋ ਸਕਦਾ ਹੈ, ਅਸੀਂ ਢਿੱਲੇ ਨਹੀਂ ਹੋਣਾ। ਗੁਰੂ ਕੇ ਖਾਲਸੇ ਨੇ ਚੜ੍ਹਦੀ ਕਲਾ 'ਚ ਰਹਿਣਾ ਹੈ। ਤੋ ਇਹ ਨਹੀਂ ਸੋਚਣਾ ਕਿ ਮੈਂ ਹੁਣ ਮੇਰੀ ਉਮਰ ਵੱਡੀ ਹੈ ਜਾਂ ਮੈਨੂੰ ਸਮਝ ਨਹੀਂ ਆਵੇਗਾ ਜਾਂ ਪੰਜਾਬੀ ਮੈਂ ਪੜ੍ਹ ਲੈਣਾ। ਸਾਧ ਸੰਗਤ ਜੀ ਪੰਜਾਬੀ 'ਚ ਅਤੇ ਗੁਰਮੁਖੀ 'ਚ ਅੰਤਰ ਹੈ। ਪੰਜਾਬੀ ਨੂੰ ਸੌਖਿਆਂ ਕਰਦਿਆਂ ਕਰਦਿਆਂ ਖਤਮ ਹੋਣ ਦੇ ਕਿਨਾਰੇ ਲੈ ਗਏ ਹਾਂ, ਪਰ ਗੁਰਮੁਖੀ ਅਜੇ ਵੀ ਤਿਆਰ ਬਰ ਤਿਆਰ ਹੈ। ਤੋ ਸਾਧ ਸੰਗਤ ਜੀ ਪੰਜਾਬੀ ਦੇ ਬੋਲ ਸ਼ਬਦ ਵਿਗਾੜੇ ਜਾ ਰਹੇ ਹਨ, ਪਰ ਗੁਰਮੁਖੀ ਤੇ ਸਤਿਗੁਰੂ ਦਾ ਸਿਧਾਂਤ ਹੈ ਨਾ, ਇਹਨੂੰ ਨਹੀਂ ਕੋਈ ਵਿਗਾੜ ਸਕਦਾ। ਜਦੋਂ ਤੱਕ ਸਤਿਗੁਰੂ ਜੀ ਦੀ ਬਖਸ਼ਿਸ਼ ਰਹੇਗੀ ਤਿਆਰ ਬਰ ਤਿਆਰ ਖਾਲਸਾ ਇਸੇ ਤਰ੍ਹਾਂ ਹੀ ਤਿਆਰ ਬਰ ਤਿਆਰ ਰਹੇਗਾ। ਤੋ ਸਾਧ ਸੰਗਤ ਜੀ ਪ੍ਰੇਮ ਸਹਿਤ ਸਾਰੇ ਆਰੰਭ ਕਰੀਏ ਜੀ। ਧਿਆਨ ਸਾਰੀ ਸੰਗਤ ਜਿਨ੍ਹਾਂ ਨੇ ਪੋਥੀਆਂ ਲਈਆਂ ਨੇ, ਪੋਥੀ ਸਾਹਿਬ 'ਤੇ ਧਿਆਨ ਰੱਖਣਾ ਹੈ। ਇੱਧਰ ਉੱਧਰ ਵੇਖਣ ਦਾ ਯਤਨ ਨਹੀਂ ਕਰਨਾ। ਕੰਨਾਂ ਨਾਲ ਚੰਗੀ ਤਰ੍ਹਾਂ ਧਿਆਨ ਨਾਲ ਅੱਖਾਂ ਦੇ ਦੁਆਰਾ ਕੱਲੇ ਕੱਲੇ ਅੱਖਰ ਸ਼ਬਦ ਨੂੰ ਪੜ੍ਹ ਕੇ ਜਮਕ ਵਿਸ਼ਰਾਮ 'ਤੇ ਧਿਆਨ ਦੇਣਾ। ਜਿੱਥੇ ਸਾਹ ਪਾਠੀ ਜੀ ਛੱਡਣਗੇ ਉੱਥੇ ਵਿਸ਼ਰਾਮ ਹੋਵੇਗਾ, ਨਾਲ ਮਹਿੰਗੇ ਵਿਸ਼ਰਾਮ ਦੱਸੇ ਵੀ ਜਾਣਗੇ। ਤੋ ਐਵੇਂ ਧਿਆਨ ਰੱਖਣਾ ਸੰਗਤ ਜੀ। ਕਰੋ ਜੀ ਰੱਬ। ਤੀਰਥ ਨਾਵਾ ਜੇ ਤੇ ਸੁਭਾਵਾ। ਨਾਵਾ ਪਾਠ ਸਾਧ ਸੰਗਤ ਜੀ ਜਿਹੜਾ ਹੈ, ਕੱਲ 5 ਪੌੜੀਆਂ ਕੀਤੀਆਂ ਸੀ, 6ਵੀਂ ਪੌੜੀ ਦੀ ਆਰੰਭਤਾ ਹੈ। ਤੀਰਥ ਨਾਵਾ, ਨਾਵਾ ਪਾਠ ਨੂੰ ਅਸੀਂ ਨਾਵਾ ਕਹਿ ਜਾਂਦੇ ਹਾਂ ਜਾਂ ਨਾਵਾ ਕਹਿ ਜਾਂਦੇ ਹਾਂ। ਨਾਵਾ ਦਾ ਅਰਥ ਹੈ ਨਾਮ, ਨਾਵਾਂ ਦਾ ਅਰਥ ਹੈ ਨਾਮ, ਕਿਸੇ ਦਾ ਨਾਮ ਲੈਣਾ। ਨਾਵਾ ਦਾ ਅਰਥ ਹੈ ਨਹਾਉਣਾ, ਇਸ਼ਨਾਨ ਕਰਨਾ। ਸਾਧ ਸੰਗਤ ਜੀ ਇੱਥੇ ਸਤਿਗੁਰੂ ਜੀ ਨਹਾਉਣ ਦਾ ਵਾਚਕ, ਇਸ਼ਨਾਨ ਕਰਨ ਦੇ ਵਾਚਕ ਪਾਠ ਨੂੰ ਲਿਖ ਰਹੇ ਹਨ। ਤੀਰਥ ਨਾਵਾ ਜੇ ਤਿਸ ਭਾਵਾ, ਭਾਵਾ ਤੇ ਵਿਸ਼ਰਾਮ ਲਾਉਣਾ ਹੈ, ਬਿੰਦੀ ਨਹੀਂ ਭਾਵਾ ਨਹੀਂ ਲਾ ਦੇਣਾ, ਬਿੰਦੀ ਨਹੀਂ ਉੱਪਰ ਲਾਉਣੀ। ਜੇ ਤਿਸ ਭਾਵਾ ਇੱਦਾਂ। ਤੀਰਥ ਨਾਵਾ ਜੇ ਤੇ ਸੁਭਾਵਾ ਵਿਣ ਭਾਣੇ ਕੇ ਨਹਾਏ ਕਰੀ। ਇਹ ਜਿਹੜਾ ਪਾਠ ਹੈ ਇਹਨੂੰ ਵੀ ਨਾਏ ਨਹੀਂ ਕਰਨਾ। ਈੜੀ ਨੂੰ ਸਿਹਾਰੀ ਲਾ ਕੇ ਜਿਹੜਾ ਪਾਠ ਹੈ, ਨੰਨੇ ਕੰਨਾ ਈੜੀ ਸਿਹਾਰੀ, ਨਾਏ ਨਹੀਂ ਕਹਿਣਾ, ਇਹਨੂੰ ਕਹਿਣਾ ਨਹਾਏ। ਇਹ ਵੀ ਇਸ਼ਨਾਨ ਦਾ ਵਾਚਕ ਹੈ, ਨਹਾਉਣ ਦਾ ਵਾਚਕ ਹੈ। ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ। ਇਸ਼ਨਾਨ ਦਾ ਵਾਚਕ ਹੈ ਨਹਾਏ ਕਰੀ। ਇਸ਼ਨਾਨ
ਦੇ ਵਾਚਕ ਨੂੰ ਐਵੇਂ ਇਸ਼ਨਾਨ ਦਾ ਜੇ ਲਿਖਣਾ ਹੋਵੇ ਹੋਰ ਕੋਈ ਵਿਧੀ ਨਹੀਂ ਹੈ। ਬਸ ਇਹੀ ਵਿਧੀ ਹੈ ਗੁਰਮੁਖੀ 'ਚ ਕਿ ਅੱਖਰ ਨੂੰ ਪੋਲਾ ਤੇ ਭਾਰਾ ਕਰ ਲੈਣਾ। ਇਹਨੂੰ ਭਾਰਾ ਕਰਕੇ ਕਰਾਂਗੇ ਤਾਂ ਉਚਾਰਨ ਸ਼ੁੱਧ ਹੋਵੇਗਾ। ਵਿਣ ਭਾਣੇ ਕੇ ਨਹਾਏ ਕਰੀ, ਜੇਤੀ ਸਿਰਠ ਉਪਾਈ ਵੇਖਾ। ਵਿਣ ਕਰਮਾ ਕੇ ਮਿਲਾ ਲਈ, ਮਤ ਵਿੱਚ ਰਤਨ ਜਵਾਹਰ ਮਾਣਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ। ਸਭਨਾ ਜੀਆ ਕਾ ਇੱਕ ਦਾਤਾ। ਦਾਤਾ ਪਾਠ ਤੇ ਵਿਸ਼ਰਾਮ ਹੈ ਸਾਧ ਸੰਗਤ ਦੀ। ਪਹਿਲੀ ਪੰਕਤੀ ਦਾ ਪਾਠ ਗੁਰਾ ਤੇ ਹੈ। ਗੁਰਾ ਇੱਕ ਦੇਹ ਬੁਝਾਈ, ਜਿਵੇਂ ਭਾਈ ਸਾਹਿਬ ਨੇ ਪੜ੍ਹਿਆ ਇਉਂ ਹੀ ਸਾਧ ਸੰਗਤ ਜੀ ਪਾਠ ਨੂੰ ਪੜ੍ਹਨਾ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ। ਦੂਜਾ ਇਸ ਪੰਕਤੀ ਦਾ ਵਿਸ਼ਰਾਮ ਦਾਤਾ ਹੈ, ਦਾਤਾ ਤੇ ਹੈ। ਸੋ ਮੈਂ ਤੇ ਰੁਕ ਜਾਣਾ ਥੋੜਾ ਜਿਹਾ, ਇੱਥੇ ਜਮਕ ਲੱਗੀ ਹੋਈ ਹੈ। ਸੋ ਮੈਂ ਵਿਸਰ ਨਾ ਜਾਈ, ਇਉਂ ਸਾਧ ਸੰਗਤ ਜੀ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ, ਹੋਰ ਦਸੋਣੀ ਹੋਏ। ਨਵਾ ਖੰਡਾ ਵਿੱਚ ਜਾਣੀਆ, ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ, ਜਾਸ ਕੀਰਤ ਜਗ ਲੈ। ਜੇ ਤੇ ਸੋ ਨਦਰ ਨਾ ਆਵਈ, ਤਾ ਬਾਤ ਨਾ ਪੁੱਛਾ ਕੇ। ਕੀਟਾ ਅੰਦਰ ਕੀਟ ਕਰ। ਇਹ ਪਾਠ ਕੀਟਾ ਇਸੇ ਤਰ੍ਹਾਂ ਸਾਧ ਸੰਗਤ ਜੀ ਥੋੜਾ ਕੱਸ ਕੇ ਕਰਨਾ ਹੈ, ਜ਼ਿਆਦਾ ਪੋਲਾ ਵੀ ਨਹੀਂ ਤੇ ਜ਼ਿਆਦਾ ਕੱਸ ਕੇ ਵੀ ਨਹੀਂ। ਕੀਟਾ ਅੰਦਰ ਕੀਟ ਕਰ, ਕਰ ਪਾਠ ਤੇ ਵਿਸ਼ਰਾਮ ਹੈ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇਹਾ ਕੋਇ ਨਾ ਸੁਝਈ, ਜੇ ਤਿਸ ਗੁਣ ਕੋਇ ਕਰੇ। ਸੁਣਿਆ ਸਿੱਧ ਪੀਰ ਸੁਰਨਾਥ। ਇਹ ਪੌੜੀਆਂ ਜਿਹੜੀਆਂ ਹੁਣ ਆਰੰਭ ਹੋਈਆਂ ਸਾਧ ਸੰਗਤ ਜੀ, ਇਸ ਪੌੜੀ ਦੇ ਕੱਲੇ ਕੱਲੇ ਪਾਠ ਤੇ ਬਹੁਤ ਗਲਤੀਆਂ ਸੰਗਤਾਂ ਵੱਲੋਂ ਹੁੰਦੀਆਂ ਨੇ। ਸੁਣਿਆ ਜਾਂ ਸੁਣੀਐ ਪਾਠ ਕਰੀ ਜਾਂਦੇ ਨੇ। ਸੁਣੀਐ ਸਿੱਧ ਪੀਰ ਸੁਰਨਾਥ, ਇੱਥੇ ਸਾਧ ਸੰਗਤ ਜੀ ਅਣਾਣੇ ਨੂੰ ਬਿਹਾਰੀ ਸਿਹਾਰੀ ਲੱਗੀ ਹੈ। ਸੁਣ ਉਹ ਸ਼ੁੱਧ ਕਰਨ ਵਾਸਤੇ ਪਾਠ ਨੂੰ ਨਖੇੜ ਕੇ ਪਹਿਲਾਂ ਪੜ੍ਹ ਲਿਆ ਜਾਵੇ, ਸਮਝਣ ਵਾਸਤੇ ਸੱਸੇ ਨੂੰ ਔਂਕੜ, ਅਣਾਣੇ ਨੂੰ ਸਿਹਾਰੀ। ਸੁਣ ਫਿਰ ਇਹਨੂੰ ਇਕੱਠਾ ਕਰਕੇ ਸੁਣਿਆ। ਸੁਣਿਆ ਪਾਠ ਬੋਲ ਕੇ ਇੱਥੇ ਰੁਕ ਜਾਣਾ ਹੈ। ਇੱਥੇ ਵਿਸ਼ਰਾਮ ਲੱਗਾ ਹੋਇਆ। ਵਿਸ਼ਰਾਮ ਦਾ ਮਤਲਬ ਸਾਰਾ ਸਾਹ ਇੱਥੇ ਇੱਕ ਵਾਰ ਛੱਡ ਦੇਣਾ। ਦੁਬਾਰਾ ਸਿੱਧ ਤੋਂ ਪਾਠ ਤੋਂ ਜਿੰਨੀਆਂ ਇਸ ਪੰਕਤੀ ਦੇ 4 ਪੌੜੀਆਂ 'ਚ ਜਿੱਥੇ ਸੁਣਿਆ ਪਾਠ ਆ ਰਿਹਾ ਹੈ ਉੱਥੇ ਵਿਸ਼ਰਾਮ ਹੈ। ਅੱਗੇ ਵਿਸ਼ਰਾਮ ਨਹੀਂ ਲਾਉਣਾ, ਅਨਰਥ ਹੋਵੇਗਾ। ਸ਼ੁੱਧ ਵਿਸ਼ਰਾਮ ਸੁਣਿਆ ਤੇ ਸਾਰੇ ਲੱਗਣਗੇ। ਚਲੋ ਜੀ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ। ਇਹਦੇ 'ਚ ਜਿੰਨੇ ਪਾਠ ਆਏ ਹਨ, ਸਿੱਧ, ਪੀਰ, ਸੁਰ, ਨਾਥ, ਇਹ ਅਲੱਗ-ਅਲੱਗ ਨੇ। ਇਹਨਾਂ ਦਾ ਅਲੱਗ-ਅਲੱਗ ਅਰਥ ਹੈ। ਕਿਸੇ ਨਾਲ ਵੀ ਕਿਸੇ ਗੱਲ ਦਾ ਸੰਬੰਧ ਨਹੀਂ ਬਣਦਾ। ਸੁਣਿਆ ਸਿੱਧ ਪੀਰ ਸੁਰਨਾਥ ਨਹੀਂ ਕਰ ਜਾਣਾ, ਇਹ ਵੀ ਧਿਆਨ ਰੱਖਣਾ। ਅਲੱਗ-ਅਲੱਗ ਵਿਸ਼ੇਸ਼ਤਾ ਨਾਲ ਹੀ ਪਾਠਾਂ ਨੂੰ ਬੋਲਣਾ। ਚਲੋ ਜੀ ਅਗਲੀ ਪੰਕਤੀ। ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ। ਇਉਂ ਸਾਧ ਸੰਗਤ ਜੀ ਸੁਣਿਆ ਤੇ ਵਿਸ਼ਰਾਮ ਲਾ ਕੇ ਲੋ ਐੜੇ ਦੀ ਆਵਾਜ਼ ਥੋੜੀ ਜੀ ਮਗਰੋਂ ਆਉਣੀ ਚਾਹੀਦੀ ਹੈ। ਲੱਲੇ ਦੇ ਨੂੰ ਹੋੜਾ ਹੈ, ਹੋੜੇ ਨੂੰ ਥੋੜਾ ਜਿਹਾ ਲੰਬਾ ਕਰਕੇ ਐੜੇ ਤੇ ਆਵਾਜ਼ ਛੱਡਾਂਗੇ ਤਾਂ ਇਹ ਉਚਾਰਨ ਸ਼ੁੱਧ ਹੋ ਜਾਵੇਗਾ। ਲੋ ਸੁਣਿਆ, ਦੀਪ ਲੋ ਪਾਤਾਲ। ਪਤਾਲ ਕਹਿ ਜਾਂਦੇ ਆ, ਪਤਾਲ ਨਹੀਂ ਕਹਿਣਾ। ਪੱਪੇ ਨੂੰ ਵੀ ਕੰਨਾ ਹੈ, ਤੱਤੇ ਨੂੰ ਵੀ ਕੰਨਾ ਹੈ। ਪਾਤਾਲ। ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ। ਨਾਨਕ ਪਾਠ ਤੇ ਵਿਸ਼ਰਾਮ ਹੈ ਇਸ ਪੰਕਤੀ ਦੇ ਵਿੱਚ। ਇਹ ਵੀ 4 ਵਾਰ ਪੌੜੀ 'ਚ 4 ਪੰਕਤੀਆਂ ਆਉਣਗੀਆਂ। ਤੇ ਨਾਨਕ ਭਗਤਾ ਸਦਾ ਵਿਗਾਸ, ਨਾਨਕ ਤੇ ਰੁਕ ਜਾਣਾ ਤੇ ਫਿਰ ਅਗਲੀ ਪੰਕਤੀ ਸਾਰੀ ਪੜ੍ਹਨੀ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ।
ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਇਹ ਸਾਧ ਸੰਗਤ ਜੀ ਪਾਠ ਦਾ ਧਿਆਨ ਰੱਖਣਾ। ਸਾਸਤ ਤੇ ਅੱਗੇ ਜਿਹੜਾ ਪਾਠ ਹੈ ਸਿਮਰਿਤ, ਇਹਦੇ ਸੱਸੇ ਨੂੰ ਵੀ ਸਿਹਾਰੀ ਹੈ, ਮੰਮੇ ਨੂੰ ਵੀ ਸਿਹਾਰੀ ਹੈ ਤੇ ਤੱਤੇ ਨੂੰ ਵੀ ਸਿਹਾਰੀ ਹੈ। ਮੰਮੇ ਦੇ ਚਰਨਾਂ ਦੇ ਵਿੱਚ ਰਾਰਾ ਹੈ। ਸਿਮਰਿਤ ਸੱਸੇ ਨੂੰ ਸਿਹਾਰੀ ਲਾ ਕੇ ਮੰਮੇ ਨੂੰ ਸਿਹਾਰੀ। ਜਿਹੜੀ ਇੱਕ ਗੱਲ ਯਾਦ ਰੱਖਣੀ, ਜਦੋਂ ਵੀ ਕਿਸੇ ਅਕਸ਼ਰ ਦੇ ਚਰਨਾਂ ਦੇ ਵਿੱਚ ਅੱਖਰ ਆਵੇ, ਜਿਹੜੀ ਮਾਤਰਾ ਅਕਸ਼ਰ ਨੂੰ ਲੱਗੀ ਹੈ, ਅੱਖਰ ਨੂੰ ਲੱਗੀ ਹੈ, ਉਹ ਚਰਨਾਂ ਵਾਲੇ ਅੱਖਰ ਤੇ ਚਲੀ ਜਾਵੇਗੀ। ਜਿਵੇਂ ਇੱਥੇ ਮੰਮੇ ਨੂੰ ਸਿਹਾਰੀ ਲੱਗੀ ਹੈ, ਇਹ ਮੰਮੇ ਦੀ ਸਿਹਾਰੀ ਚਰਨਾਂ ਦੇ ਰਾਰੇ ਨੂੰ ਚਲੀ ਜਾਵੇਗੀ। ਤੋ ਜਿਹੜਾ ਅਕਸ਼ਰ ਚਰਨਾਂ 'ਚ ਲੱਗਾ ਹੋਵੇ ਉਹ ਅੱਧਾ ਅੱਖਰ ਹੁੰਦਾ ਹੈ, ਉਹਨੂੰ ਜ਼ੁਬਾਨ ਨੂੰ ਥੋੜ੍ਹਾ ਸਲਿੱਪ ਕਰਕੇ ਪੜ੍ਹਨਾ ਹੈ। ਜਿਵੇਂ ਇਹ ਸਿਮਰਿਤ, ਰੇ ਪੂਰਾ ਰਾਰਾ ਨਹੀਂ, ਸਿਮਰਿਤ ਨਹੀਂ ਪੜ੍ਹਨਾ, ਸਿਮਰਿਤ ਥੋੜ੍ਹਾ ਅੱਧਾ ਰਾਰਾ ਲਾ ਕੇ ਸ਼ੁੱਧ ਉਚਾਰਨ ਹੋਵੇਗਾ। ਤੋ ਇਸ ਤਰ੍ਹਾਂ ਪੜ੍ਹਨ ਦਾ ਯਤਨ ਕਰਨਾ। ਸਿਮਰਿਤ ਸੁਣਿਆ ਸਾਸਤ ਸਿਮਰਿਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸਨਾਨ। ਇਸ ਪਾਠ ਨੂੰ ਇਸੇ ਤਰ੍ਹਾਂ ਹੀ 68 ਇਕੱਠਾ ਪੜ੍ਹਨਾ। 68 ਦਾ ਮਤਲਬ ਹੈ 68 ਵਾਹਿਗੁਰੂ ਦਾ ਨਾਮ ਸੁਣਨੇ ਕਰਕੇ 68 ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀ, ਸਨਾਤਨ ਮਤ ਦੇ ਵਿੱਚ 68 ਤਰ੍ਹਾਂ ਦੇ ਤੀਰਥ ਮੰਨੇ ਜਾਂਦੇ ਹਨ। ਤੋ ਸਾਧ ਸੰਗਤ ਜੀ 8 ਤੇ 60 68 ਹੋ ਗਏ। ਗੁਰਬਾਣੀ ਨੂੰ ਪੜ੍ਹਨੇ ਤੋਂ ਜਾਂ ਗੁਰਬਾਣੀ ਨੂੰ ਸੁਣਨੇ ਤੋਂ ਇਤਨੀ ਵੱਡੀ ਦਾਤ ਪ੍ਰਾਪਤ ਹੁੰਦੀ। ਆਪ ਜੀ ਸੁਣ ਰਹੇ ਹੋ ਨਾ, ਇਹ ਨਾ ਕਿਤੇ ਖਿਆਲ ਕਰ ਲੈਣਾ ਕਿ ਸ਼ਾਇਦ ਜਿਹੜੇ ਕਰਾ ਰਹੇ ਨੇ ਇਹ ਵੱਡੇ ਨੇ। ਸਾਧ ਸੰਗਤ ਜੀ, ਸੁਣਨੇ ਵਾਲਾ ਬਹੁਤ ਜ਼ਿਆਦਾ ਪਵਿੱਤਰ ਹੈ। ਰੋਜ਼ ਪੜ੍ਹਦੇ ਆ ਨਾ ਆਨੰਦ ਸਾਹਿਬ ਦੀ ਸਮਾਪਤੀ ਤੇ ਪੌੜੀਆਂ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਸੁਣਨ ਵਾਲਾ ਪੁਨੀਤ ਹੁੰਦਾ ਹੈ ਤੇ ਕਹਿਣ ਵਾਲਾ ਪਵਿੱਤਰ ਹੁੰਦਾ ਹੈ। ਤੇ ਪੁਨੀਤ ਦੇ ਅਰਥ ਕਰੀਏ ਨਾ ਤਾਂ ਸੁਖਮਣੀ ਸਾਹਿਬ 'ਚ ਸਤਿਗੁਰੂ ਜੀ ਕਹਿੰਦੇ ਪਵਿੱਤਰ 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 ਪੁਨੀਤ। 3 ਵਾਰ ਪਵਿੱਤਰ ਹੋਣੇ ਤੋਂ ਪੁਨੀਤ ਹੋਈਦਾ ਹੈ। ਬਾਣੀ ਨੂੰ ਸੁਣਨੇ ਦਾ ਬਹੁਤ ਵੱਡਾ ਲਾਭ ਹੈ। ਸਾਧ ਸੰਗਤ ਜੀ, ਕੋਟ ਪੁੰਨ ਸੁਣ ਹਰ ਕੀ ਬਾਣੀ। ਤੋ ਇੱਥੇ ਸਾਹਿਬ ਜੀ ਸਮਝਾਉਂਦੇ ਹਨ 68 ਪਾਠ ਨੂੰ ਇਕੱਠਾ ਕਰਨਾ ਔਰ ਬਾਣੀ ਨੂੰ ਸੁਣਨ ਦਾ ਯਤਨ ਜ਼ਰੂਰ ਕਰਨਾ। ਪੜ੍ਹਦੇ ਸਮੇਂ ਨਾਲ ਸੁਣਨਾ ਵੀ ਹੈ ਕੰਨਾਂ ਨਾਲ। ਸੁਣਿਆ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਪਾਵਹਿ ਪਾਠ ਜਿਹੜਾ ਹੈ ਸਾਧ ਸੰਗਤ ਜੀ, ਇਹਨੂੰ ਪਾਵਹਿ ਕਰਨਾ ਹੈ। ਪਾਵਹਿ ਹਾਹੇ ਨੂੰ ਸਿਹਾਰੀ ਲਾਉਣ ਦਾ ਯਤਨ ਨਹੀਂ ਕਰਨਾ। ਜਦੋਂ ਅਸੀਂ ਹਾਹੇ ਨੂੰ ਸਿਹਾਰੀ ਲਾਉਣ ਦਾ ਯਤਨ ਕਰਾਂਗੇ ਤਾਂ ਹਾਹੇ ਨੂੰ ਲਾਂ ਲੱਗ ਜਾਵੇਗੀ। ਤੋ ਸਾਧ ਸੰਗਤ ਜੀ, ਜਦੋਂ 3 ਅਕਸ਼ਰਾਂ ਦੇ ਵਿੱਚ ਪਿੱਛੇ ਵਾਲੇ ਅਕਸ਼ਰ ਨੂੰ ਸਿਹਾਰੀ ਹੋਵੇ, ਉਦੋਂ ਉਸ ਅਕਸ਼ਰ ਦਾ ਉਚਾਰਨ ਜਿਹੜਾ ਹੈ ਉਹ ਪਿਛਲੇ ਅਕਸ਼ਰਾਂ ਦੇ ਨਾਲ ਥੋੜ੍ਹਾ ਲੰਬਾ ਕਰਕੇ ਕਰਨਾ। ਪਾਵਹਿ, ਵਾਵੇ ਨੂੰ ਸਿਹਾਰੀ, ਵਾਵਾ ਹਾਹੇ ਨੂੰ ਸਿਹਾਰੀ ਵਹਿ। ਉੱਥੇ ਸਿਹਾਰੀ ਜਿਹੜੀ ਹੈ ਸਾਧ ਸੰਗਤ ਜੀ ਸਾਇਲੈਂਟ ਰਹੇਗੀ, ਭਾਵ ਉੱਥੇ ਸਿਹਾਰੀ ਦਾ ਉਚਾਰਨ ਜਿਹੜਾ ਹੈ ਨਹੀਂ ਹੋਵੇਗਾ। ਜੇ ਸਿਹਾਰੀ ਦਾ ਭਾਵ ਹੀ ਕਰਾਂਗੇ ਤਾਂ ਫਿਰ ਬਹੁਤ ਸਾਰੇ ਹੋਰ ਪਾਠਾਂ ਦੇ ਉਚਾਰਨ ਬਦਲਣਗੇ। ਤੋ ਉਹ ਅਰਥ ਬਾਬਤ ਸਿਹਾਰੀ ਹੈ, ਉਹਨੂੰ ਸਾਇਲੈਂਟ ਕਰਕੇ। ਬਾਕੀ ਜਿਵੇਂ ਸਾਧ ਸੰਗਤ ਜੀ ਇਹ ਮਤ ਖਿਆਲ ਕਰਨਾ ਵੀ ਇਹ ਸਾਇਲੈਂਟ ਸਿਰਫ ਤੇ ਸਿਰਫ ਮਾਤਰਾ ਹੀ, ਲਘੂ ਮਾਤਰਾ ਨੂੰ ਸਾਇਲੈਂਟ ਕਰ ਸਕਦੇ ਹਾਂ, ਦੀਰਘ ਮਾਤਰਾ ਸਾਇਲੈਂਟ ਨਹੀਂ ਹੋ ਸਕਦੀ। ਜਿਵੇਂ ਇੰਗਲਿਸ਼ ਦੇ ਕੋਈ ਸ਼ਬਦ ਹਨ, ਐਜੂਕੇਸ਼ਨ ਲਿਖਦੇ ਆ ED ਲਿਖਦੇ ਆ, ਉੱਥੇ D ਸਾਇਲੈਂਟ ਰੱਖੀ ਜਾਂਦੀ ਹੈ। ਬਹੁਤ ਸਾਰੇ ਇੰਗਲਿਸ਼ ਦੇ ਵਰਡ ਜਿਨ੍ਹਾਂ 'ਚ ਕੁਝ ਅਕਸ਼ਰਾਂ ਨੂੰ ਅਸੀਂ ਸਾਇਲੈਂਟ ਰੱਖਦੇ ਹਾਂ। ਤਾਂ ਜਿਵੇਂ ਨੌਲੇਜ ਲਿਖਣਾ ਹੈ K ਤੋਂ ਸ਼ੁਰੂ ਕਰਦੇ ਹਾਂ। ਤੋ ਸਾਧ ਸੰਗਤ ਜੀ, ਐਵੇਂ ਜਿਹੜੀ ਲਘੂ ਮਾਤਰਾ ਹੈ ਕੇਵਲ ਗੁਰਮੁਖੀ 'ਚੋਂ ਹੀ ਸਾਇਲੈਂਟ ਰਹਿ ਸਕਦੀ ਹੈ। ਤੋ ਇਹ ਧਿਆਨ ਰੱਖਣਾ। ਪਾਵਹਿ ਪਾਠ ਕਰਨਾ, ਪਾਵਹਿ ਨਹੀਂ ਕਰਨਾ। ਇਹ ਸੰਸਕ੍ਰਿਤ ਦਾ ਉਚਾਰਨ ਹੈ। ਸੁਣਿਆ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ।
ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ। ਸਾਧ ਸੰਗਤ ਦੀ ਕੱਲ ਵੀ ਬੇਨਤੀ ਕਰੀ ਸੀ, ਜਿਵੇਂ ਹਾਹੇ ਨੂੰ ਸਾਇਲੈਂਟ ਨਹੀਂ ਕਰਨਾ। ਕੁਝ ਗੁਰਮੁਖ ਹਾਹਾ ਅਕਸ਼ਰ ਛਡਾ ਜਾਂਦੇ ਹਨ, ਜਿਵੇਂ ਸੁਣਿਆ ਸਰਾ ਗੁਣਾ ਕੀ ਗਾਹ। ਇੱਥੇ ਹਾਹੇ ਨੂੰ ਗੱਗੇ ਦੀ ਕੰਨੇ ਨੂੰ ਲੰਬਾ ਕਰ ਦੋਗੇ ਤੇ ਹਾਹੇ ਤੇ ਆਵਾਜ਼ ਛੱਡਾਂਗੇ, ਸ਼ੁੱਧ ਲੱਗੂਗਾ। ਅਗਲੀ ਪੰਕਤੀ 'ਚ ਸੱਸੇ ਨੂੰ ਕੰਨਾ ਥੋੜਾ ਜਿਹਾ ਲੰਬਾ ਕਰ ਦਾਂਗੇ, ਹਾਹੇ ਤੇ ਆਵਾਜ਼ ਛੱਡਾਂਗੇ ਤਾਂ ਸ਼ੁੱਧ ਲੱਗੇਗਾ। ਪਾਤ ਸਾਹ ਤੋਂ ਸਾਧ ਸੰਗਤ ਜੀ ਇਹਨਾਂ ਨੂੰ ਸਾਇਲੈਂਟ ਨਹੀਂ ਕਰਨਾ। ਬਹੁਤ ਵਾਰ ਇਹ ਗੱਲਾਂ ਨਾ ਹੁਣ ਜਿਹੜੇ ਨਵੀਨ ਪ੍ਰਚਾਰਕ ਨੇ ਜਾਂ ਨਵੀਨ ਜਥੇਬੰਦੀਆਂ ਉਹ ਹਾਹੇ ਨੂੰ ਸਾਇਲੈਂਟ ਕਰਾਉਣ ਦਾ ਯਤਨ ਕਰ ਰਹੀਆਂ ਨੇ, ਜਾਂ ਜੇ ਔਂਕੜ ਲੱਗੀ ਹਾਹੇ ਨੂੰ ਕਹਿਣਗੇ ਹੋੜਾ ਪਹਿਲੇ ਅੱਖਰ ਨੂੰ ਲਾਓ ਤਾਂ ਸ਼ੁੱਧ ਹੈ, ਅਸ਼ੁੱਧ ਹੈ ਸਾਧ ਸੰਗਤ ਜੀ ਉਹ। ਜੇ ਆਪਾਂ ਹਾਹਾ ਸਾਇਲੈਂਟ ਕਰਾਂਗੇ, ਇੱਥੇ ਜਿਵੇਂ ਗਾਹ ਪਾਠ ਦੇ ਪਿਛਲੇ ਬੰਨੇ ਹਾਹਾ ਆਇਆ, ਜੇ ਇੱਥੋਂ ਹਾਹਾ ਚੱਕਦੇ ਹਾਂ ਤਾਂ ਗਾ ਪਾਠ ਹੋਵੇਗਾ। ਗਾ ਪਾਠ ਕੀ ਸੁਣਿਆ ਸਰਾ ਗੁਣਾ ਕੇ ਗਾ, ਗਾਹ ਦਾ ਅਰਥ ਨਹੀਂ, ਗਾ ਦਾ ਅਰਥ ਨਹੀਂ ਨਿਕਲਣਾ, ਹਾ ਨਾਲ ਅਰਥ ਲੱਗਣਾ ਹੈ। ਸਾਧ ਸੰਗਤ ਜੀ ਬਹੁਤ ਵਾਰ ਪੰਕਤੀਆਂ ਗੁਰਬਾਣੀ 'ਚ ਆਉਂਦੀਆਂ, ਜਿਸ ਪਿਆਰੇ ਸੁਣ ਨਾਹ ਪਿਆਰੇ ਇੱਕ ਬੇਨੰਤੀ ਮੇਰੀ। ਜਿਵੇਂ ਇਹ ਸ਼ਬਦ ਬਹੁਤ ਜ਼ਿਆਦਾ ਕੀਰਤਨੀ ਸਿੰਘਾਂ ਵੱਲੋਂ ਪੜ੍ਹਿਆ ਜਾਂਦਾ ਹੈ। ਕਈ ਰਾਗੀ ਸਿੰਘ ਵੀ ਸੁਣ ਨਾ ਪਿਆਰੇ, ਹੁਣ ਉੱਥੇ ਸੁਣ ਨਾਹ, ਨਾਹ ਹਾਹਾ ਲੱਗਣੇ ਤੋਂ ਨਾਹ ਦਾ ਅਰਥ ਹੁੰਦਾ ਹੈ ਪਤੀ, ਤੇ ਨਾ ਦਾ ਅਰਥ ਨਹੀਂ ਹੁੰਦਾ। ਜੇ ਉੱਥੋਂ ਹਾਹਾ ਚੱਕਤਾ ਤਾਂ ਕੀ ਅਰਥ ਹੋ ਗਿਆ, ਇੱਕ ਪਤੀ ਦਾ ਅਰਥ ਕੱਟ ਕੇ ਨਾ ਮਤਲਬ ਨਹੀਂ ਰਹਿ ਜਾਂਦਾ। ਸੁਣ ਨਾ ਪਿਆਰੇ ਇੱਕ ਬੇਨੰਤੀ ਮੇਰੀ, ਗੁਰੂ ਨੂੰ ਕੀ ਕਵਾਂਗੇ, ਮੇਰੀ ਬੇਨਤੀ ਨਾ ਸੁਣ। ਸੁਣ ਨਾ ਪਿਆਰੇ ਇੱਕ ਬੇਨੰਤੀ ਮੇਰੀ, ਇੱਕ ਬੰਨੇ ਕਹਿ ਰਹੇ ਹਾਂ ਬੇਨਤੀ ਕਰਦੇ ਹਾਂ, ਜਦੋਂ ਹਾਹਾ ਲੱਗਦਾ ਹੈ ਸੁਣ ਨਾਹ ਪਿਆਰੇ, ਹੇ ਮੇਰੇ ਪਤੀ ਪਰਮੇਸ਼ਰ ਮੇਰੀ ਇੱਕ ਬੇਨਤੀ ਸੁਣ ਮੇਰੇ ਪਿਆਰੇ ਪ੍ਰੀਤਮ ਪ੍ਰਮਾਤਮਾ। ਤੋ ਸਾਧ ਸੰਗਤ ਦੀ ਹਾਹੇ ਨੂੰ ਕਦੀ ਵੀ ਛੱਡਣ ਦਾ ਯਤਨ ਨਹੀਂ ਕਰਨਾ, ਹਾਹਾ ਪੜ੍ਹਨ ਦਾ ਯਤਨ ਕਰਨਾ ਹੈ, ਔਰ ਇਹੀ ਸ਼ੁੱਧ ਹੈ। ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੈ ਅਸਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ। ਗਤ ਪਾਠ ਤੇ ਵਿਸ਼ਰਾਮ ਹੈ। ਇੱਥੇ ਸਾਧ ਸੰਗਤ ਦੀ ਸੁਣਿਆ ਵਾਲੀਆਂ ਪੌੜੀਆਂ ਖਤਮ ਹੋਈਆਂ, ਸੰਪੂਰਨ ਹੁਣ ਅੱਗੇ 4 ਪੌੜੀਆਂ ਮੰਨੇ ਵਾਲੀਆਂ ਆਉਣਗੀਆਂ। ਜਿਨ੍ਹਾਂ ਮੰਨੇ ਵਾਲੀਆਂ ਪੌੜੀਆਂ 'ਚ ਪਹਿਲੀ ਪੌੜੀ 'ਚ ਲਾਂ ਨਾਲ ਪਾਠ ਆਉਣਗੇ ਮੰਨੇ ਕਰਕੇ, ਅਗਲੀਆਂ 3 ਪੌੜੀਆਂ 'ਚ ਮੰਨੈ ਦੁਲਾਵਾਂ ਨਾਲ ਪਾਠ ਆਉਣਗੇ। ਇਹ ਚੀਜ਼ ਦਾ ਵਿਸ਼ੇਸ਼ਤਾ ਨਾਲ ਧਿਆਨ ਰੱਖਣਾ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ। ਕਲਮ ਪਾਠ ਤੇ ਵਿਸ਼ਰਾਮ ਲਾਉਣਾ, ਕਾਗਦ ਕਲਮ ਨਾ ਲਿਖਣ ਹਾਰ। ਲਿਖਣ ਹਾਰ ਥੋੜਾ ਜਿਹਾ ਇਕੱਠਾ ਹੀ ਰੱਖਣਾ, ਇਹਨੂੰ ਲਿਖਣ ਹਾਰ ਅੱਡ ਅੱਡ ਨਹੀਂ ਕਰਨਾ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ। ਇੱਥੇ ਸਾਧ ਸੰਗਤ ਜੀ ਜਿਹੜਾ ਪਹਿਲਾ ਪਾਠ ਹੈ ਉਹ ਟਿੱਪੀ ਨਾਲ ਹੈ। ਜੇ ਕੋ ਮਨ ਜਾਣਾ, ਮੰਮੇ ਦੇ ਉੱਪਰ ਟਿੱਪੀ ਲੱਗੀ ਹੈ, ਨੰਨੇ ਨੂੰ ਸਿਹਾਰੀ ਹੈ। ਦੂਸਰੇ ਜਿਹੜਾ ਮਨ ਪਾਠ ਹੈ ਉਹ ਪੋਲਾ ਹੈ। ਇੱਕ ਪਾਠ ਮੰਨਣੇ ਵਾਚਕ ਹੈ, ਕਿਸੇ ਨੂੰ ਕਹਿ ਦਿੰਦੇ ਆ ਮੇਰੀ ਗੱਲ ਮੰਨ ਲਾ, ਤੇ ਇੱਕ ਆਪਣਾ ਮਨ ਦੀ ਗੱਲ ਕਰਦੇ ਆ, ਮੇਰੇ ਮਨ 'ਚ ਇਉਂ ਚੱਲਦਾ ਹੈ ਤੂੰ ਮੇਰੀ ਗੱਲ ਮੰਨ ਲਾ। ਮਨ ਦਾ ਜਿਹੜਾ ਪਾਠ ਹੈ ਉਹਦੇ ਉੱਪਰ ਟਿੱਪੀ ਲੱਗੀ ਹੋਈ ਹੈ, ਉਹਨੂੰ ਟਿੱਪੀ ਦੇ ਨਾਲ ਕੱਸ ਕੇ ਪੜ੍ਹਨਾ ਹੈ। ਤੇ ਦੂਸਰਾ ਪਾਠ ਮਨ ਜਿਹੜਾ ਹੈ ਉਹ ਸਧਾਰਨ ਪਾਠ ਨਾਰਮਲੀ ਪੋਲਾ ਹੀ ਕਰਨਾ। ਸੁਣਿਆ ਮਨ ਸਾਧ ਸੰਗਤ ਜੀ ਇਵੇਂ, ਜੇ ਕੋ ਮਨ ਜਾਣਾ ਮਨ ਕੋਏ, ਦੋਵੇਂ ਮਨ ਨਹੀਂ ਕਰ ਜਾਣੇ। ਮਹਾਰਾਜ ਸਾਹਿਬ ਨੇ ਉੱਤੇ ਟਿੱਪੀ ਲਾਈ ਹੈ, ਉਹਨੂੰ ਪੜ੍ਹਨ ਦਾ ਯਤਨ ਕਰਨਾ। ਮੰਨਾ ਸੁਰਤ ਹੋਵਾ ਮਨ ਬੁੱਧ। ਹੁਣ ਸਾਰੇ ਪਾਠਾਂ ਦੇ ਵਿਸ਼ਰਾਮ ਮੰਨੈ ਪਾਠ ਤੇ ਆਉਣਗੇ। ਮੰਨੈ ਤੇ ਨੰਨੇ ਨੂੰ ਦਲਾਵਾਂ ਆਉਣਗੀਆਂ। ਪਹਿਲੀ ਪੌੜੀ ਜਿਹੜੀ ਹੁਣ ਪਿਛਲੀ ਪੜ੍ਹੀ ਆ ਉਹਦੇ 'ਚ ਲਾਂ ਨਾਲ ਪਾਠ ਆਏ ਮੰਨੇ, ਹੁਣ ਨੰਨੇ ਨੂੰ ਦਲਾਵਾਂ ਨਾਲ ਪਾਠ ਆਉਣਗੇ। ਇਹ ਸਾਰੇ ਦਲਾਵਾਂ ਨਾਲ ਹੀ ਪੜ੍ਹਨੇ ਆ, ਇੱਥੇ ਲਾਂ ਦੀ ਵਰਤੋਂ ਨਹੀਂ ਕਰਨੀ। ਜਿਵੇਂ ਜਿਵੇਂ ਦੁਲਾਂ ਲੱਗੀ ਆ ਦੁਲਾਂ ਦੀ ਵਰਤੋਂ ਹੀ ਕੀਤੀ ਜਾਵੇ।
ਮੰਨਾ ਸੁਰਤ ਹੋਵਾ ਮਨ ਬੁੱਧ, ਮੰਨਾ ਸਗਲ ਭਵਨ ਕੀ ਸੁਧ, ਮੰਨਾ ਮੋਹ ਚੋਟਾ ਨਾ ਖਾਏ। ਸਾਧ ਸੰਗਤ ਜੀ, ਇਹ ਜਿਵੇਂ ਮੋਹਿ ਪਾਠ ਹੈ, ਇਹਦੇ ਮੰਮੇ ਨੂੰ ਔਂਕੜ ਲੱਗੀ ਹੈ, ਇਹ ਵੀ ਲਘੂ ਮਾਤਰਾ ਹੈ। ਹਾਹੇ ਨੂੰ ਸਿਹਾਰੀ ਹੈ, ਇਹ ਵੀ ਲਘੂ ਮਾਤਰਾ ਹੈ। ਜਿਸ ਅਕਸ਼ਰ ਨੂੰ ਲਘੂ ਮਾਤਰਾ ਲੱਗ ਜਾਵੇ ਉਸ ਅੱਖਰ ਦੀ ਸਪੀਡ ਵੱਧ ਜਾਂਦੀ ਹੈ। ਮੰਮੇ ਦੀ ਸਪੀਡ ਵੀ ਵਧਣੀ ਹੈ ਤੇ ਹਾਹੇ ਦੀ ਵੀ। ਮੋਹਿ, ਇਹਨੂੰ ਤੇਜ਼ੀ ਨਾਲ ਅੱਖਰ ਨੂੰ ਪੜ੍ਹਨਾ ਹੈ। ਮੰਨੈ ਮੋਹਿ ਚੋਟਾ ਨਾ ਖਾਏ। ਮੰਨਾ ਜਮ ਕਾ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣਾ ਮਨ ਕੋਏ, ਮੰਨਾ ਮਾਰਗ ਠਾਕ ਨਾ ਪਾਏ। ਮੰਨਾ ਪਤ ਸਿਓ ਪ੍ਰਗਟ ਜਾਏ, ਮੰਨਾ ਮਾਗ ਨਾ ਚੱਲਾ ਪੰਥ। ਮੰਨਾ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣਾ ਮਨ ਕੋਏ, ਮੰਨਾ ਪਾਵਹਿ ਮੋਖ ਦੁਆਰ। ਮੰਨਾ ਪਰਵਾਰ ਸਾਧਾਰ, ਮੰਨਾ ਤਰਾ ਤਾਰੇ ਗੁਰ ਸਿੱਖ। ਮੰਨਾ ਨਾਨਕ ਭਵਹਿ ਨਾ ਭਿਖ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣਾ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ। ਸਾਧ ਸੰਗਤ ਜੀ, ਅੱਗੇ ਪੰਜ ਪ੍ਰਮਾਣ ਵਾਲੀਆਂ ਪੌੜੀਆਂ ਸ਼ੁਰੂ ਹੋਈਆਂ ਨੇ। ਇਹਨਾਂ ਪੌੜੀਆਂ ਚੋਂ ਜਿਵੇਂ ਪੰਜ ਪ੍ਰਮਾਣ ਨਾਣੇ ਨਾਲ ਪਾਠ ਹੈ, ਪ੍ਰਮਾਣ ਤੇ ਪ੍ਰਧਾਨ ਨੰਨੇ ਨਾਲ ਪਾਠ ਹੈ। ਨੰਨੇ ਤੇ ਨਾਣੇ ਵਿੱਚ ਅੰਤਰ ਹੈ। ਅਣਾਣੇ ਨੂੰ ਅਣਾਣਾ ਤੇ ਨੰਨੇ ਨੂੰ ਨੰਨਾ ਹੀ ਬੁਲਾਉਣ ਦਾ ਯਤਨ ਕਰਨਾ, ਬੋਲਣ ਦਾ ਯਤਨ ਕਰਨਾ। ਜਦੋਂ ਨੰਨੇ ਤੇ ਨਾਣੇ ਦਾ ਅੰਤਰ ਨਹੀਂ ਪਤਾ ਲੱਗਦਾ ਤਾਂ ਉਹਦੇ ਨਾਲ ਵੀ ਅਰਥ 'ਚ ਤਬਦੀਲੀ ਆਉਂਦੀ ਹੈ। ਤੋ ਸਾਧ ਸੰਗਤ ਜੀ, ਪਹਿਲਾ ਪਾਠ ਅਣਾਣੇ ਨਾਲ ਤੇ ਦੂਜਾ ਨੰਨੇ ਨਾਲ ਹੈ। ਨੰਨੇ ਨਾਣੇ ਦਾ ਫਰਕ ਜਾਣ ਕੇ ਫਿਰ ਪੜ੍ਹਨਾ ਹੈ ਜੀ। ਚੜੋ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚੇ ਸੋਹਹਿ ਦਰ ਰਾਜਾਨ, ਪੰਚਾ ਕਾ। ਇਹ ਜਿਵੇਂ ਸੋਹ ਹੈ ਪਾਠ ਆਇਆ ਹੈ। ਸਾਧ ਸੰਗਤ ਜੀ, ਦੋ ਹਾਹੇ ਹਨ। ਇਹਨਾਂ ਦੋਵਾਂ ਹਾਹਿਆਂ ਦਾ ਉਚਾਰਨ ਹੋਣਾ ਚਾਹੀਦਾ ਹੈ। ਸੋਹ ਹੈ, ਜੇ ਆਪਾਂ ਸੋਹੇ ਕਹਿ ਦਿੱਤਾ ਜਾਂ ਇਉਂ ਪਾਠ ਦੇ ਉਚਾਰਨ ਸੁਣੇ ਜਾਂਦੇ ਨੇ, ਸੰਗਤ ਕਰ ਕੀਤੇ ਜਾਂਦੇ ਨੇ। ਸਾਧ ਸੰਗਤ ਜੀ, ਸੋ ਹੈ, ਦੋ ਹਾਹਿਆਂ ਦਾ ਉਚਾਰਨ ਹੈ। ਸਿਆਰੀ ਲੱਗੀ ਹੈ, ਉਚਾਰਨ ਹੋਵੇਗਾ ਹੈ। ਸੋਹ ਹੈ, ਪੰਚੇ ਸੋਹ ਹੈ ਦਰ ਰਾਜਾਨ। ਦਰ ਦਾ ਪਿੱਛੇ ਵਾਲਾ ਅੱਖਰ ਰਾਰਾ ਹੈ, ਰਾਜਾਨ ਦਾ ਪਹਿਲਾ ਅੱਖਰ ਰਾਰਾ ਹੈ। ਦੋ ਪਾਠ ਨੇ ਤੇ ਦੋ ਰਾਰੇ ਇਕੱਠੇ ਹੋ ਗਏ। ਜੇ ਦਰ ਰਾਜਾਨ ਬੋਲਾਂਗੇ ਤੇ ਇੱਕੋ ਰਾਰਾ ਬੋਲਿਆ ਜਾਵੇਗਾ, ਦਰਰਾ ਜਾਨ ਨਹੀਂ ਬੋਲ ਜਾਣਾ। ਪਾਠ ਦੇ ਵਿੱਚ ਥੋੜੀ ਜੀ ਡੈਸ਼ ਗੈਪ ਕਰਕੇ ਵਿਥ ਪਾ ਕੇ ਬੋਲਣਾ ਹੈ, ਦਰ ਰਾਜਾਨ। ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਾ ਕਰਾ ਵਿਚਾਰ। ਕਰਤੇ ਕਾ ਕਰਣਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ। ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝਾ ਹੋਵੇ ਸਚਿਆਰ। ਇਸੇ ਤਰ੍ਹਾਂ ਇਸ ਪਾਠ ਨੂੰ ਬੁੱਝਿਆ ਹੀ ਪੜ੍ਹਨਾ। ਜੇ ਕੋਈ ਸਮਝੇਗਾ ਤੇ ਫਿਰ ਸਿਆਣਾ ਹੋ ਜਾਵੇਗਾ। ਸਾਧ ਸੰਗਤ ਜੀ, ਇਹਨੂੰ ਬੁੱਝਿਆ ਨਹੀਂ ਕਰਨਾ। ਜੇ ਕੋ ਬੁੱਝੈ ਹੋਵੇ ਸਚਿਆਰ। ਤਵਲਾ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ। ਤਿਸ ਤੇ ਭਾਰ ਤਲਾ ਕਵਣ ਜੋਰ। ਜੀ ਜਾਤ ਰੰਗਾ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣਾ ਕੋਇ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸਵਲਿਓ ਰੂਪ, ਕੇਤੀ ਦਾਤ ਜਾਣਾ ਕੌਣ ਕੂਤ। ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲਖ ਦਰਿਆਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਾਧ ਸੰਗਤ ਜੀ, ਇਸ ਨਿਰੰਕਾਰ ਪਾਠ ਨੂੰ ਵੀ ਇਸੇ ਤਰ੍ਹਾਂ ਹੀ ਕਰਨਾ ਹੈ। ਨਿਰੰਕਾਰ
ਇਹਦਾ ਜੇ ਆਪਾਂ ਇਹਨੂੰ ਨਿਖੇੜ ਕੇ ਪੜਾਂਗੇ ਨਿਰੰਕਾਰ ਨਿਰਆਕਾਰ ਇਹਦਾ ਅਰਥ ਬਣਨਾ। 2 ਪਾਠਾਂ ਤੋਂ ਬਣਿਆ ਪਾਠ ਹੈ, ਇਹਨੂੰ ਇਉਂ ਹੀ ਪੜ੍ਹਨਾ। ਤੂੰ ਸਦਾ ਸਲਾਮਤ ਨਿਰੰਰਾਰੇ ਦੀ ਟਿੱਪੀ ਦੇ ਨਾਲ ਨਿਰੰਕਾਰ, ਇਉਂ ਉਚਾਰਨ ਸ਼ੁੱਧ ਹੈ ਜੀ। ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ। ਕਿਉਂ ਇਸ ਪਾਠ ਨੂੰ ਵੀ ਰਹਿ ਹੀ ਕਰਨਾ। ਸਾਧ ਸੰਗਤ ਜੀ ਇਹ ਵੀ ਦੋਵੇਂ ਹਾਹਿਆਂ ਦਾ ਸ਼ੁੱਧ ਉਚਾਰਨ ਹੋਣਾ ਚਾਹੀਦਾ ਹੈ। ਰਹੇ ਉਚਾਰਨ ਕਰ ਜਾਂਦੀ ਹੈ ਸੰਗਤ ਜੀ, ਇਹ ਉਚਾਰਨ ਰਹੇ ਗਲਤ ਹੈ, ਰਹਿ ਸ਼ੁੱਧ ਉਚਾਰਨ ਹੈ। ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗਲ ਵੱਢ ਹੱਤਿਆ ਕਮਾਹਿ। ਇਸ ਪਾਠ ਨੂੰ ਇਉਂ ਹੀ ਪੜ੍ਹਨਾ। ਗਾਲ ਵੱਢ ਵੱਢ ਪਾਠ ਤੇ ਥੋੜਾ ਭਾਰ ਪਾ ਕੇ ਭਾਰ ਕੱਸ ਕੇ ਕਰਨਾ ਹੈ ਪਾਠ। ਅਸੰਖ ਗਾਲ ਵੱਢ ਵਿਸ਼ਰਾਮ ਵੀ ਵੱਢ ਤੇ ਲਾਉਣਾ ਹੈ ਤੇ ਅਲੱਗ ਪਾਠ ਕਰਨਾ ਹੈ। ਗਾਲ ਅੱਡ ਵੱਢ ਅੱਡ ਤੇ ਗਾਲ ਤੇ ਅਧਿਕ ਨਹੀਂ, ਵੱਢ ਤੇ ਅਧਿਕ ਲੱਗਣੀ ਹੈ। ਗਾਲ ਵੱਢ ਹੱਤਿਆ ਕਮਾਹਿ। ਅਸੰਖ ਗਲ ਵੱਢ ਹੱਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਹਿ ਅਸੰਖ ਮਲੇਸ਼ ਮਲ ਭਾਖ ਖਾਹਿ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਹ। ਜਿਵੇਂ ਸਾਧ ਸੰਗਤ ਜੀ ਪਹਿਲੇ 2 ਪਾਠ ਹਨ ਅਗੰਮ ਅਗੰਮ, ਇਹਨੂੰ ਅਗਮ ਕਰ ਜਾਂਦੇ, ਉੱਪਰ ਟਿੱਪੀ ਲੱਗੀ ਹੈ ਗੱਗੇ ਤੇ, ਇਹਨੂੰ ਅਗੰਮ ਬੋਲਣਾ ਪਾਠ ਨੂੰ। ਅਗੰਮ ਦੂਸਰੇ ਅਗੰਮ ਤੇ ਵਿਸ਼ਰਾਮ ਹੈ ਔਰ ਟਿੱਪੀ ਦੇ ਨਾਲ ਇਹ ਪਾਠ ਨੂੰ ਕੱਸ ਕੇ ਬੋਲਿਆ ਜਾਂਦਾ ਹੈ, ਕੱਸ ਕੇ ਹੀ ਬੋਲਣ ਦਾ ਯਤਨ ਕਰਨਾ। ਅਗੰਮ ਅਗੰਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹਿ ਜਿਵ ਫਰਮਾਏ ਤਿਵ ਤਿਵ ਪਾਹਿ ਜੇਤਾ ਕੀਤਾ ਤੇਤਾ ਨਾਉ ਵਿਣ ਨਾਵਾ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੋਖੇਹ। ਇਹ ਪਾਠ ਸਾਧ ਸੰਗਤ ਛਪਿਆ ਹੁੰਦਾ, ਉਤਰਸ ਪਾਠ ਨਹੀਂ ਕਰਨਾ, ਇਹਨੂੰ ਅਲੱਗ ਪਾਠ ਨੂੰ ਕਰਨਾ ਹੈ। ਪਾਣੀ ਧੋਤਾ ਉੱਤਰ ਸੋਖੇਹ, ਖੇ ਵੀ ਨਹੀਂ ਕਹਿ ਜਾਣਾ, ਹਾਹੇ ਦਾ ਉਚਾਰਨ ਹੋਣਾ ਚਾਹੀਦਾ ਨਾਲ। ਉੱਤਰ ਸੋਖੇਹ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਆ ਮਤ ਪਾਪਾ ਕਾ ਸੰਗ ਉਹ ਧੋਪਾ ਨਾਵਾ ਕਾ ਰੰਗ। ਇਵੇਂ ਸਾਧ ਸੰਗਤ ਜੀ ਉਹ ਊੜੇ ਨੂੰ ਊੜਾ ਖੁੱਲੇ ਮੂੰਹ ਵਾਲਾ ਹੈ, ਥੋੜਾ ਲੰਬਾ ਕਰਨਾ। ਹਾਹੇ ਨੂੰ ਔਂਕੜ ਲੱਗੀ ਹੈ, ਲਘੂ ਮਾਤਰਾ ਹੈ, ਹਾਹੇ ਦੀ ਸਪੀਡ ਥੋੜੀ ਜੀ ਵਧਾ ਦੇਣੀ। ਉਹ ਦੇ ਸਾਬੂਣ ਲਈਏ, ਇੱਥੇ ਸਾਬਣ ਪਾਠ ਕਰ ਜਾਂਦੇ ਕਈ ਸਾਧ ਸੰਗਤ ਜੀ, ਸਾਬਣ ਨਹੀਂ ਕਰਨਾ। ਬੱਬੇ ਨੂੰ ਦੁਲੈਂਕੜ ਲੱਗੀ ਹੈ, ਦੇ ਸਾਬੂਣ
ਲਈਐ ਓਹ ਧੋਏ। ਭਰੀਆ ਮਤ ਪਾਪਾ ਕਾ ਸੰਗ, ਓਹ ਧੋਪਾ ਨਾਵਾ ਕਾ ਰੰਗ। ਪੁੰਨੀ ਪਾਪੀ ਆਖਣ ਨਾਹਿ, ਕਰ ਕਰ ਕਰਣਾ ਲਿਖ ਲਾ ਜਾਹੁ। ਆਪੇ ਬੀਜ ਆਪੇ ਹੀ ਖਾਹੁ, ਨਾਨਕ ਹੁਕਮੀ ਆਵਹੁ ਜਾਹੁ। ਤੀਰਥ ਤਪ ਦਇਆ ਦਾਤ ਦਾਨ, ਜੇ ਕੋ ਪਾਵਾ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਇਹਦਾ ਅੰਤਰ ਬਹੁਤ ਵਿਸ਼ੇਸ਼ ਵਿਸ਼ਰਾਮ ਹੈ ਸਾਧ ਸੰਗਤ ਦੀ ਇਸ ਪੰਕਤੀ ਦਾ। ਸੁਣਿਆ ਮੰਨਿਆ, ਵਾਹਿਗੁਰੂ ਦੇ ਨਾਂ ਨੂੰ ਸੁਣ ਲਿਆ ਤੇ ਫਿਰ ਮੰਨ ਲਿਆ, ਫਿਰ ਮਨ ਕੀਤਾ ਭਾਵ। ਮੰਨਿਆ ਤੇ ਵਿਸ਼ਰਾਮ ਲਾਉਣਾ ਹੈ। ਜਦੋਂ ਸੁਣ ਲਿਆ ਫਿਰ ਮੰਨਿਆ, ਜਦੋਂ ਮੰਨਿਆ ਤੇ ਫਿਰ ਕੀ ਹੋਇਆ, ਮਨ ਕੀਤਾ ਭਾਵ। ਮਨ ਤੋਂ ਵਾਹਿਗੁਰੂ ਨਾਲ ਪ੍ਰੇਮ ਕਰ ਲਿਆ। ਇੱਥੇ ਮੰਨਿਆ ਤੇ ਵਿਸ਼ਰਾਮ ਲਾਉਣਾ ਹੈ, ਸ਼ੁੱਧ ਵਿਸ਼ਰਾਮ ਹੈ ਇੱਥੇ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਇ, ਵੈਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਬਰਮਾਉ। ਇਹ ਵੀ ਪਾਠ ਜਿਹੜਾ ਸਵਸਤ ਪਾਠ ਹੈ, ਇਹਦਾ ਉਚਾਰਨ ਦੋ ਵਿੱਚ ਸੱਸੇ ਆਉਣ ਕਾਰਨ ਸ਼ੁੱਧ ਨਹੀਂ ਹੁੰਦਾ। ਸਵਸਤ ਕਹਿ ਜਾਂਦੇ ਆ, ਥੱਥਾ ਲਾ ਜਾਂਦੇ ਆ। ਇੱਥੇ ਥੱਥਾ ਨਹੀਂ ਲਾਉਣਾ ਸਾਧ ਸੰਗਤ ਜੀ। ਇਹਨੂੰ ਇਸੇ ਤਰ੍ਹਾਂ ਪੜ੍ਹਨਾ ਹੈ, ਸਵਸਤ ਆਸ। ਸਵਸਤ ਮਗਰਲਾ ਅੱਖਰ ਪਿੱਛੇ ਵਾਲਾ ਅੱਖਰ ਤੱਤਾ ਹੈ, ਉੱਥੇ ਤੱਤੇ ਦਾ ਉਚਾਰਨ ਹੀ ਹੋਵੇ। ਸਵਸਤ ਆਥ ਬਾਣੀ ਬਰਮਾਉ। ਸਤ ਸੁਹਾਣ ਸਦਾ ਮਨ ਚਾਉ, ਕਵਣ ਸੋ ਵੇਲਾ ਵਖਤ ਕਵਣ। ਕਵਣ ਥਿਤ ਕਵਣ ਵਾਰ। ਇਸ ਪੰਕਤੀ ਦੇ ਵਿੱਚ ਦੋ ਵਾਰ ਜਮਕ ਹੈ, ਇੱਕ ਵਿਸ਼ਰਾਮ ਹੈ। ਇਹਨੂੰ ਬੜੇ ਧਿਆਨ ਨਾਲ ਪੜ੍ਹਨਾ ਹੈ ਇਸ ਪੰਕਤੀ ਨੂੰ। ਕਵਣ ਸੋ ਵੇਲਾ, ਕਵਣ ਵਖਤ ਕਵਣ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਇਹ ਸਾਧ ਸੰਗਤ ਜੀ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪ੍ਰਸ਼ਨ ਕੀਤਾ ਸੀ। ਅੱਜ ਨਾ ਕਈ ਬਹੁਤੇ, ਮਾਫ ਕਰਨਾ, ਸਾਡੀ ਕੌਮ ਨੂੰ ਬੜੇ ਚਾਰ ਸਫੇਰਿਓਂ ਵਲੇਵੇਂ ਪੈ ਰਹੇ ਹਨ। ਕੋਈ ਪ੍ਰੋਫੈਸਰੀ ਦੇ ਨਾਂ 'ਤੇ ਸਾਨੂੰ ਮਰੋੜੀ ਜਾਂਦਾ ਹੈ ਅਤੇ ਕੋਈ ਸੰਤ ਪੁਣੇ ਦੇ ਨਾਂ 'ਤੇ ਇਹ ਵਿਵਾਦ ਖੜੇ ਕੀਤੇ ਜਾ ਰਹੇ ਹਨ ਕਿ ਇਹਨੋਂ ਧਰਤੀ ਪਲਟ ਜਾਣੀ ਹੈ, ਆਹ ਹੋ ਜਾਣਾ ਹੈ, ਨੁਕਸਾਨ ਹੋਵੇਗਾ। ਕੋਈ ਟੈਲੀਵਿਜ਼ਨ 'ਚ ਐਡ ਦੇਈ ਜਾਂਦਾ ਹੈ ਜੀ, ਇੰਨੇ ਚਿਰ ਨੂੰ ਧਰਤੀ ਦਾ ਨੁਕਸਾਨ ਹੋਣਾ। ਗੁਰੂ ਸਾਹਿਬ ਨੂੰ ਵੀ ਸਿੱਧਾਂ ਨੇ ਇਹ ਸਵਾਲ ਕੀਤਾ ਸੀ। ਇਹ ਸਵਾਲ ਹੈ, ਮਹਾਰਾਜ ਨੂੰ ਪੁੱਛਿਆ ਸੀ, ਕਹਿੰਦੇ ਕਵਣ ਸੋ ਵੇਲਾ, ਧਰਤੀ ਨੂੰ ਪੈਦਾ ਕਰਨ ਦਾ ਸਮਾਂ ਦੱਸੋ। ਵਕਤ ਕਵਣ, ਕਿਹੜਾ ਵਕਤ, ਕਿਹੜਾ ਸੀ ਸਮਾਂ, ਟਾਈਮ ਕੀ ਸੀ, ਉਹ ਸਮਾਂ ਕਿਹੜਾ ਸੀ। ਕਵਣ ਥਿਤ, ਜਿਵੇਂ ਹੁਣ ਆਪਾਂ ਸੋਮਵਾਰ ਮੰਗਲਵਾਰ ਜਾਂ ਸਾਧ ਸੰਗਤ ਜੀ ਸਮੇਂ ਨੂੰ ਨਾਪਣ ਦੇ ਨਵੇਂ ਤਰੀਕੇ ਨਾਲ ਨਾਪਦੇ, ਉਦੋਂ ਥਿੱਤਾਂ ਦੇ ਨਾਲ, ਤੇ ਵਾਰ ਤਾਂ ਹੁਣ ਵੀ ਚੱਲਦੇ। ਕਵਣ ਵਾਰ, ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਸੀ, ਮਹਾਰਾਜ ਦੱਸੋ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਇਹ ਜਦੋਂ ਸਵਾਲ ਕੀਤਾ, ਅੱਗੇ ਮਹਾਰਾਜ ਜਵਾਬ ਵੀ ਦੇਣਗੇ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਥਿੱਤ ਵਾਰ ਨਾ ਜੋਗੀ ਜਾਣੈ, ਰੁਤ ਮਾਹੋ ਨਾ ਕੋਈ। ਜਾ ਕਰਤਾ ਸਿਰਠੀ ਕੋ ਸਾਜੈ, ਆਪੇ ਜਾਣੈ ਸੋਈ। ਕਹਿੰਦੇ ਜਦੋਂ ਉਹਨੇ ਸਾਜਿਆ ਉਹਨੂੰ ਪਤਾ ਸੀ ਨਹੀਂ ਇਸ ਗੱਲ 'ਚ ਪੈਣਾ। ਸਾਧ ਸੰਗਤ ਜੀ, ਜਿਹਨੂੰ ਸ੍ਰਿਸ਼ਟੀ ਦਾ ਆਰੰਭ ਪਤਾ ਹੈ ਉਹੀ ਸ੍ਰਿਸ਼ਟੀ ਦਾ ਨਾਸ਼ ਦੱਸ ਸਕਦਾ ਹੈ। ਪਰਮਾਤਮਾ ਦੇ ਬਾਰੇ ਕੁਝ ਨਹੀਂ ਕਹਿੰਦਾ ਕੁਛ, ਕੋਈ ਕੁਦਰਤ ਬਾਰੇ ਦੱਸਣ ਵਾਲਾ ਨਹੀਂ ਜੰਮਿਆ। ਕੁਦਰਤ ਨੂੰ ਵਿਦਵਾਨ ਜਨ, ਗੁਰਮੁਖ ਜਨ, ਸੰਤ ਜਨ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਨਰਵਚਨੀਏ ਦੱਸਦੇ ਨੇ ਇਸ ਕੁਦਰਤ ਨੂੰ। ਅਨਰਵਚਨੀਏ ਦਾ ਮਤਲਬ ਹੈ ਜਿਹਦੇ ਬਾਬਤ ਕੁਝ ਵੀ ਨਹੀਂ ਕਿਹਾ ਜਾ ਸਕਦਾ ਵੀ ਇਹ ਕਿੱਡੀ ਵੱਡੀ ਹੈ, ਇਹ ਕੁਦਰਤ ਦਾ ਆਕਾਰ ਕਿੱਡਾ ਹੈ, ਇਹਦੇ ਬਾਬਤ ਕੋਈ ਕੁਛ ਨਹੀਂ ਕਹਿ ਸਕਦਾ। ਨਾ ਸੱਤ ਹੈ ਨਾ ਅਸਤ ਹੈ, ਨਾ ਸਤ ਅਸਤ ਉਭੇ ਹੈ, ਨਾ ਸੱਚੀ ਹੈ ਨਾ ਝੂਠੀ ਹੈ, ਨਾ ਸੱਚੀ ਝੂਠੀ ਦੋਵੇਂ ਹੀ ਆ। ਇਹ ਅਨਰਵਚਨੀਏ, ਇਹਦੇ ਬਾਬਤ ਕੁਛ ਵੀ ਨਹੀਂ ਕਿਹਾ ਜਾ ਸਕਦਾ। ਜਦੋਂ ਇਹਦੇ ਬਾਬਤ ਕੁਝ ਨਹੀਂ ਕਿਹਾ ਜਾ ਸਕਦਾ, ਇਹਦਾ ਅੰਤ ਕਿਵੇਂ ਪਾ ਸਕਦੇ ਹਾਂ। ਗੁਰੂ ਨਾਨਕ ਸਾਹਿਬ ਨੇ ਕਿਉਂ ਨਹੀਂ ਪਾਇਆ? ਮਹਾਰਾਜ ਨੇ ਕਹਿ ਦਿੱਤਾ ਕਿ ਮੈਨੂੰ ਨਹੀਂ ਪਤਾ, ਮੈਂ ਨਹੀਂ ਪਤਾ ਹੋਵੇ ਵੀ ਤੇ ਸਾਧ ਸੰਗਤ ਜੀ ਜਿਨ ਹਰ ਪਾਇਓ ਤਿਨਹਿ ਛਪਾਇਓ। ਗੁਰੂ ਨਾਨਕ ਸਾਹਿਬ ਜੀ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ। ਜਿਹੜਾ ਕਹਿੰਦਾ ਮੈਂ ਦੱਸਦਾ ਉਹਨੂੰ ਕਹੇ ਭਾਈ ਪਹਿਲਾਂ ਆਰੰਭ ਤੇ ਦੱਸ,
ਭਾਵੇਂ ਸਤਿਗੁਰਾਂ ਨੇ ਪਵਨ ਆਰੰਭ ਸਤਿਗੁਰ ਮਤ ਵੇਲਾ ਇੱਕ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਵੀ ਹੈ, ਪਰ ਸਾਧ ਸੰਗਤ ਜੀ ਪੁੱਛਣ ਤੇ ਜਵਾਬ ਨਹੀਂ ਹੈ। ਤੋ ਸਾਧ ਸੰਗਤ ਜੀ ਐਸੀਆਂ ਗੱਲਾਂ ਤੋਂ ਬਚਣ ਦਾ ਯਤਨ ਵੀ ਕਰਨਾ ਹੈ। ਸਾਹਿਬ ਜੀ ਇੱਥੇ ਸਾਹਿਬ ਜੀ ਨੂੰ ਪ੍ਰਸ਼ਨ ਕਰਦੇ ਹਨ ਔਰ ਇਸ ਨੂੰ ਬੜੇ ਢੰਗ ਨਾਲ ਪੜ੍ਹਨਾ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸੇ ਰੁੱਤੀ ਮਾਹੁ ਕਵਣ ਜਿਤ ਹੋਆ ਆਕਾਰ। ਕਿਹੜੀ ਰੁੱਤ ਸੀ ਜਦੋਂ ਧਰਤੀ ਪੈਦਾ ਹੋਈ, ਆਕਾਰ ਦੱਸੋ। ਵੇਲ ਨਾ ਪਾਈਆ ਪੰਡਤੀ ਜੇ ਹੋਵਾ ਲੇਖ ਪੁਰਾਣ। ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ। ਇਹ ਸਾਧ ਸੰਗਤ ਜੀ ਜਿਹੜਾ ਕਾਦੀਆ ਪਾਠ ਹੈ, ਇੱਕ ਤੇ ਇੱਥੇ ਵਿਸ਼ਰਾਮ ਹੈ, ਇੱਥੇ ਇਹਨੂੰ ਬਿੰਦੀਆਂ ਲਾ ਜਾਂਦੇ ਹਾਂ ਅਸੀਂ, ਕਾਦੀਆਂ ਕਹਿ ਜਾਂਦੇ ਹਾਂ। ਕਾਦੀਆਂ ਇੱਕ ਗੁਰਦਾਸਪੁਰ ਦੇ ਲਾਗੇ ਪਿੰਡ ਹੈ, ਕਾਦੀਆਂ ਨਹੀਂ ਕਹਿਣਾ ਇਹਨੂੰ, ਕਾਦੀਆ ਬੋਲਣਾ। ਕਵਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ। ਇਉਂ ਸ਼ੁੱਧ ਪੜ੍ਹਨਾ, ਕਾਦੀਆ ਹੀ ਪੜ੍ਹਨਾ, ਦੋਵੇਂ ਬਿੰਦੀਆਂ ਲੱਗਦੀਆਂ, ਦੋਵੇਂ ਨਹੀਂ ਲਾਉਣੀਆਂ। ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹੁ ਨਾ ਕੋਈ। ਜਾ ਕਰਤਾ ਸਿਰ ਠੀਕਉ ਸਾਜੇ ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੇ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵਾ। ਨਾਨਕ ਜੇ ਕੋ ਆਪਾਓ ਜਾਣਾ ਅੱਗਾ ਗਿਆ ਨਾ ਸੋਹਾ। ਪਾਤਾਲਾ ਪਾਤਾਲ ਲਖ ਆਗਾਸਾ ਆਗਾਸ। ਇਹਦਾ ਵਿਸ਼ਰਾਮ ਇਸੇ ਤਰ੍ਹਾਂ ਹੀ ਲਾਉਣਾ ਸਾਧ ਸੰਗਤ ਜੀ। ਪਾਤਾਲਾ ਪਾਤਾਲ ਪੱਪੇ ਨੂੰ ਕੰਨਾ ਦੋਵਾਂ ਸ਼ਬਦਾਂ ਦੇ ਵਿੱਚ ਹੈ ਤੇ ਲੱਖ ਪਾਠ ਤੇ ਵਿਸ਼ਰਾਮ ਲਾਉਣਾ ਤੇ ਲੱਖ ਪਾਠ ਕੱਸ ਕੇ ਕਰਨਾ। ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਚਲੋ। ਓੜਕ ਓੜਕ ਭਾਲ ਥਕੇ ਵੇਦ ਕਹਿਨ ਇੱਕ ਬਾਤ। ਸਹਸ 18 ਕਹਿਨ ਕਤੇਬਾ ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਆ ਲੇਖਾ ਹੋਏ ਵਿਨਾਸ਼। ਨਾਨਕ ਵੱਡਾ ਆਖੀਆ ਆਪੇ ਜਾਣਾ ਆਪ। ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ। ਨਦੀਆਂ ਅਤਵਾਹ ਪਵਹਿ ਸਮੁੰਦ ਨਾ ਜਾਣੀਆ। ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ। ਕੀੜੀ ਤੁਲ ਨਾ ਹੋਵਨੇ ਜੇ ਤਿਸ ਮਨਹੁ ਨਾ ਵੀਸਰਹਿ। ਅੰਤ ਨਾ ਸਿਫਤੀ ਕਹਿਣ ਨਾ ਅੰਤ। ਅੰਤ ਨਾ ਕਰਨਾ ਦੇਣ ਨਾ ਅੰਤ। ਅੰਤ ਨਾ ਵੇਖਣ ਸੁਣਨ ਨਾ ਅੰਤ। ਇਵੇਂ ਸਾਧ ਸੰਗਤ ਜੀ ਇੱਥੇ ਦੋ ਅਣਾਣੇ ਇਕੱਠੇ ਆਏ ਹਨ। ਇਹਨੂੰ ਇਵੇਂ ਸ਼ੁੱਧ ਹੀ ਪੜ੍ਹਨਾ ਜਿਵੇਂ ਭਾਈ ਸਾਹਿਬ ਜੀ ਨੇ ਪੜ੍ਹਿਆ ਹੈ। ਅੰਤ ਨਾ ਵੇਖਣ ਸੁਣਨ। ਸੁਣਨ ਪਾਠ ਤੇ ਦੋ ਅਣਾਣੇ ਇਕੱਠੇ ਹਨ। ਸੁਣਨ ਪਾਠ ਕਰਨਾ ਇੱਥੇ ਇੱਕ ਨਾਣਾ ਖਾਣ ਦਾ ਯਤਨ, ਛੱਡਣ ਦਾ ਯਤਨ ਜਾਂ ਨੰਨਾ ਬੋਲਣ ਦਾ ਯਤਨ ਨਹੀਂ ਕਰਨਾ। ਜਿਵੇਂ ਸਾਧ ਸੰਗਤ ਜੀ ਨਾਨਕ ਪਾਠ ਦੇ ਵਿੱਚ 2 ਵਾਰ ਨੰਨਾ ਪਾਠ ਆਉਂਦਾ ਹੈ, ਅਸੀਂ ਇੱਕ ਨਾਣਾ ਬੋਲ ਜਾਂਦੇ ਇੱਕ ਨੰਨਾ ਬੋਲ ਜਾਂਦੇ ਹਾਂ। ਪਰ ਸਾਧ ਸੰਗਤ ਜੀ ਇੱਥੇ ਦੋਵੇਂ ਅਣਾਣੇ ਹਨ। ਸੁਣਨ ਪਾਠ ਸ਼ੁੱਧ ਕਰਨ ਦਾ ਯਤਨ ਕਰਨਾ। ਅੰਤ ਨਾ ਜਾਪਾ ਕਿਆ ਮਨ ਮੰਤ। ਅੰਤ ਨਾ ਜਾਪਾ ਕੀਤਾ ਆਕਾਰ। ਅੰਤ ਨਾ ਜਾਪਾ ਪਾਰਾਵਾਰ। ਅੰਤ ਕਾਰਨ ਕੀਤੇ ਬਿਲ ਲਾਹੇ ਤਾਕੇ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣਾ ਕੋਇ ਬਹੁਤਾ ਕਹੀਆ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ। ਏਵਡ ਉੱਚਾ ਹੋਵਾ ਕੋਇ ਤਿਸ ਉੱਚੇ ਕਉ ਜਾਣਾ ਸੋਏ। ਜੀਵਡ ਆਪ ਜਾਣਾ ਆਪ ਆਪ। ਨਾਨਕ ਨਦਰੀ ਕਰਮੇ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹ ਜੋਧ ਅਪਾਰ ਕੇਤਿਆ ਗਣਤ ਨਹੀਂ ਵਿਚਾਰ। ਕੇਤੇ ਖਪ ਟੁਟੇ ਵੇਕਾਰ ਕੇਤੇ ਲੈ ਲੈ ਮੁਕਰ ਪਾਏ।
केत्य मूर्ख खाही खाह, केत्या दुख भूख सद मार, एह पे दात तेरी दातार। ਇਸ ਪੰਕਤੀ 'ਚ ਤਿੰਨ ਥਾਂ ਤੇ ਵਿਸ਼ਰਾਮ ਆਉਂਦਾ ਹੈ। ਸਾਧ ਸੰਗਤ ਜੀ ਤਰ੍ਹਾਂ ਤਰ੍ਹਾਂ ਦੇ ਨਾਲ ਗੁਰਮੁਖ ਵਿਸ਼ਰਾਮ ਲਵਾਉਂਦੇ। ਇਹ ਭੇ ਇੱਥੇ ਵਿਸ਼ਰਾਮ ਵੀ ਲਗਾਇਆ ਜਾਂਦਾ ਹੈ। ਇਹ ਭੇ ਦਾਤ ਇੱਥੇ ਵੀ ਵਿਸ਼ਰਾਮ ਲਵਾ ਦਿੰਦੇ ਹਨ। ਇਹ ਭੇ ਦਾਤ ਤੇਰੀ ਇੱਥੇ ਵੀ ਲਵਾਇਆ ਜਾਂਦਾ ਹੈ। ਤਿੰਨਾਂ ਥਾਵਾਂ ਤੇ ਸ਼ੁੱਧ ਵਿਸ਼ਰਾਮ ਹੈ। ਅੱਗੇ ਪਿੱਛੇ ਦੀ ਸ਼ੰਕਾ ਨਹੀਂ ਕਰਨਾ। ਇਹ ਭੇ ਦਾਤ ਤੇਰੀ ਇੱਥੇ ਸਪਸ਼ਟ ਜ਼ਿਆਦਾ ਹੋ ਜਾਂਦਾ ਹੈ। ਤਾਂ ਇਉਂ ਸਾਧ ਸੰਗਤ ਜੀ ਵਿਸ਼ਰਾਮ ਜ਼ਰੂਰ ਲਾਉਣਾ ਪੰਕਤੀ 'ਚ। ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕਾ ਕੋਇ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣਾ ਜੇਤੀਆ ਮੋਹ ਖਾਏ, ਆਪੇ ਜਾਣਾ ਆਪੇ ਦੇ, ਆਖਹਿ ਸੇ ਭੇ ਕੇਈ ਕੇ, ਜਿਸਨੋ ਬਖਸ਼ੇ ਸਿਫਤ ਸਾਲਾਹ, ਨਾਨਕ ਇਹ ਸਾਧ ਸੰਗਤ ਜੀ ਜਿਵੇਂ ਸੱਸਾ ਪਾਠ ਬਹੁਤ ਵਾਰ ਗੁਰਬਾਣੀ 'ਚ ਆਉਂਦਾ, ਅਸੀਂ ਛਾ ਪੜ੍ਹ ਜਾਂਦੇ ਹਾਂ, ਉਹਨੂੰ ਛੱਛਾ ਪੜ੍ਹ ਜਾਂਦੇ ਹਾਂ। ਜਿਸ ਨੂੰ ਬਖਸ਼ੇ, ਬਖਸ਼ੇ ਨਹੀਂ ਪੜ੍ਹਨਾ, ਬਖਸ਼ੇ ਸੱਸਾ ਲੱਗਾ ਹੈ, ਸੱਸਾ ਹੀ ਪੜ੍ਹਿਆ ਜਾਵੇ, ਛੱਛਾ ਨਹੀਂ ਪੜ੍ਹਨਾ। ਜਿਸ ਨੂੰ ਬਖਸ਼ੇ ਸਿਫਤ ਸਾਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹਿ, ਅਮੁੱਲ ਭਾਏ ਅਮੁੱਲਾ ਸਮਾਹਿ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖਹਿ ਵੇਦ ਪਾਠ ਪੁਰਾਣ, ਆਖਹਿ ਪੜ੍ਹੇ ਕਰਹਿ ਵਖਿਆਣ, ਆਖਹਿ ਬਰਮੇ ਆਖਹਿ ਇੰਦ, ਆਖਹਿ ਗੋਪੀ ਤੈ ਗੋਵਿੰਦ, ਆਖਹਿ ਈਸਰ ਆਖਹਿ ਸਿੱਧ, ਆਖਹਿ ਕੀਤੇ ਕੀਤੇ ਬੁੱਧ, ਆਖਹਿ ਦਾਨਵ ਆਖਹਿ ਦੇਵ, ਆਖਹਿ ਸੁਰ ਨਰ ਮਨ ਜਨ ਸੇਵਾ, ਕੇਤੇ ਆਖਹਿ ਆਖਣ ਪਾਹਿ, ਕੇਤੇ ਕਾਹ ਕਾਹ ਉਠ ਉਠ ਜਾਹਿ, ਏਤੇ ਕੀਤੇ ਹੋਰ ਕਰੇਹ, ਤਾ ਆਖ ਨ ਸਕਹਿ ਕੇਈ ਕੇ, ਜੇਵਡ ਭਾਵਾ ਤੇਵਡ ਹੋਏ, ਨਾਨਕ ਜਾਣਾ ਸਾਚਾ ਸੋਏ, ਜੇ ਕੋ ਆਖਾ ਬੋਲ ਵਿਗਾੜ, ਤਾ ਲਿਖਿਆ ਸਿਰ ਗਾਵਾਰਾ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਾਹ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਬਾਵਣ ਹਾਰੇ। ਸਾਧ ਸੰਗਤ ਦੀ ਜਿਹੜੀ ਸੋਦਰ ਵਾਲੀ ਪੌੜੀ ਆਰੰਭ ਹੋਈ ਹੈ, ਇੱਥੇ ਇੱਕ ਵਿਸ਼ੇਸ਼ਤਾ ਨਾਲ ਬੇਨਤੀ ਹੈ। ਸੋਦਰ ਜਿਹੜੀ ਬਾਣੀ ਹੈ, ਸੋਦਰ ਜਿਹੜਾ ਪਾਠ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ 3 ਵਾਰ ਆਉਂਦਾ ਹੈ। ਇੱਕ ਵਾਰ ਜਪਜੀ ਸਾਹਿਬ 'ਚ ਸੋਦਰ ਦੀ ਪੌੜੀ ਪੜ੍ਹਦੇ ਹਾਂ, ਬਾਅਦ 'ਚ ਸੋਦਰ ਰਹਿਰਾਸ ਸਾਹਿਬ 'ਚ ਪੜ੍ਹਦੇ ਹਾਂ, ਅਤੇ ਤੀਜੀ ਵਾਰ ਆਸਾ ਰਾਗ ਦੇ ਵਿੱਚ ਸੋਦਰ ਦੀ ਬਾਣੀ ਆਉਂਦੀ ਹੈ। ਤਿੰਨਾਂ ਦੇ ਵਿੱਚ ਸਾਧ ਸੰਗਤ ਜੀ ਥੋੜ੍ਹਾ ਪਾਠ ਅੰਤਰ ਭੇਦ ਹੈ। ਸਤਿਗੁਰੂ ਜੀ ਸਮੇਂ ਹੀ ਇਹਨਾਂ ਤਿੰਨਾਂ ਥਾਵਾਂ 'ਤੇ ਲਿਖੇ ਸੋਦਰ ਦਾ ਜਿਹੜਾ ਹੈ ਸਾਧ ਸੰਗਤ ਜੀ ਉਹ ਪਾਠ ਅੰਤਰ ਭੇਦ ਹੈ। ਤੋ ਸਤਿਗੁਰੂ ਜੀ ਨੇ ਲਿਖਿਆ ਹੈ। ਤੋ ਜਿਹੜੇ ਸਮੇਂ ਅਸੀਂ ਜਿਹੜੀ ਬਾਣੀ ਪੜ੍ਹ ਰਹੇ ਹਾਂ ਉਸ ਸਮੇਂ ਉਹੀ ਸੋਦਰ ਪੜ੍ਹਨਾ ਜਿਹੜਾ ਜਪਜੀ ਸਾਹਿਬ 'ਚ ਜਪਜੀ ਸਾਹਿਬ ਵਾਲਾ ਸੋਦਰ, ਰਹਿਰਾਸ ਸਾਹਿਬ 'ਚ ਰਹਿਰਾਸ ਸਾਹਿਬ ਸੋਦਰ ਦੀ ਜਿਹੜੀਆਂ ਸ਼ਬਦ ਆਉਂਦੇ ਉਹਨਾਂ ਨੂੰ ਪੜ੍ਹਨਾ, ਆਸਾ ਰਾਗ ਵਾਲੇ ਸੋਦਰ ਸ਼ਬਦ ਦੇ ਵਿੱਚ ਆਸਾ ਰਾਗ ਵਾਲਾ ਹੀ ਪੜ੍ਹਨਾ। ਸਾਧ ਸੰਗਤ ਦੀ ਇੱਕ ਹੋਰ ਬੇਨਤੀ ਹੈ, ਇਹ ਤਾਂ ਬੇਨਤੀ ਕਰ ਰਹੇ ਹਾਂ, ਇਹਨਾਂ ਤਿੰਨਾਂ ਦੀ ਉਥਾਨਕਾ ਅਲੱਗ ਹੈ। ਉਥਾਨਕਾ ਦਾ ਅਰਥ ਹੁੰਦਾ ਜਿਸ ਜਗ੍ਹਾ 'ਤੇ ਬਾਣੀ ਉਚਾਰੀ ਗਈ ਹੋਵੇ, ਜਿਹਦੇ ਪ੍ਰਥਾਏ ਉਚਾਰੀ ਗਈ ਹੋਵੇ। ਇਹ ਤਾਂ ਨਹੀਂ ਕਿ ਸਤਿਗੁਰੂ ਜੀ ਇੱਦਾਂ ਬੈਠ ਕੇ ਬਾਣੀ ਉਚਾਰਨ ਲੱਗ ਪਏ ਅਤੇ ਸਿੱਖ ਲਿਖਣ ਲੱਗ ਪਏ, ਨਹੀਂ। ਜਿਸ ਤਰ੍ਹਾਂ ਸੰਗਤ ਜੀ ਇੰਸੀਡੈਂਸ ਬਣਦੇ ਰਹੇ, ਕੋਈ ਫਕੀਰ ਆਇਆ, ਕੋਈ ਸਾਧੂ ਆਇਆ,
ਕੋਈ ਗੁਰਸਿੱਖ ਆਇਆ, ਕੋਈ ਦੁਖੀ ਦੁਖਿਆਰਾ ਆਇਆ, ਕੋਈ ਚੋਰ ਠੱਗ ਆਇਆ, ਜੈਸਾ ਜੈਸਾ ਸਤਿਗੁਰੂ ਜੀ ਨਾਲ ਮਿਲਾਪ ਹੋਇਆ ਤੈਸੀ ਤੈਸੀ ਜਗ੍ਹਾ 'ਤੇ ਉਵੇਂ ਉਵੇਂ ਸਾਧ ਸੰਗਤ ਜੀ ਸਾਹਿਬ ਜੀਆਂ ਨੇ ਬਾਣੀ ਉਚਾਰੀ ਹੈ। ਤੋ ਜਿਵੇਂ ਜਿਹੜਾ ਸੋਦਰ ਰਹਿ ਰਾਸ ਸਾਹਿਬ ਜੀ ਦਾ ਪਾਠ ਹੈ ਨਾ, ਰਹਿ ਰਾਸ 'ਚ ਸੋਦਰ ਆਉਂਦਾ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਦੇ ਉੱਪਰ ਖਲੋ ਕੇ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਜਦੋਂ 3 ਦਿਨ ਵੇਈ ਨਦੀ 'ਚ ਮਹਾਰਾਜ ਚੁੱਭੀ ਮਾਰ ਕੇ ਅਲੋਪ ਰਹੇ ਸੁਲਤਾਨਪੁਰ ਦੀ ਧਰਤੀ 'ਤੇ, ਉਦੋਂ ਸਤਿਮੁਖ ਸਤਿਗੁਰਾਂ ਨੇ ਉਚਾਰਨ ਕਰਿਆ। ਇਉਂ ਸਾਧ ਸੰਗਤ ਜੀ ਸਾਰੀ ਵਿਸ਼ੇਸ਼ਤਾ ਨਾਲ ਧਿਆਨ ਰੱਖਣਾ। ਜਿਹੜਾ ਸੋਦਰ ਰਹਿ ਰਾਸ ਸਾਹਿਬ ਵਾਲਾ ਉਹ ਅੱਡ ਪੜ੍ਹਨਾ, ਉਵੇਂ ਹੀ ਪੜ੍ਹਨਾ ਜਿਵੇਂ ਮਹਾਰਾਜ ਜੀਆਂ ਦੀ ਲਿਖਤ ਹੈ। ਅਲੱਗ ਹੋ ਜਾਂ ਇੱਕੋ ਸੋਦਰ ਕੰਠ ਕਰਕੇ ਸਾਰੀ ਜਗ੍ਹਾ 'ਤੇ ਨਹੀਂ ਪੜ੍ਹੀ ਜਾਣਾ। ਇਹ ਵਿਸ਼ੇਸ਼ਤਾ ਨਾਲ ਧਿਆਨ ਦੇਣ ਦੀ ਬੇਨਤੀ ਹੈ ਸਾਧ ਸੰਗਤ ਜੀ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਵਹ ਸਰਬ ਸੰਭਾਲੇ। ਜਿਵੇਂ ਇੱਥੇ ਸਮਾਲੇ ਪਾਠ ਹੈ, ਉੱਥੇ ਮੰਮੇ ਦੇ ਥੱਲੇ ਹਲੰਤ ਲੱਗੀ ਹੈ, ਸੰਭਾਲੇ। ਮੰਮੇ ਨੂੰ ਭਾਰਾ ਕਰਨ ਵਾਸਤੇ ਇੱਕ ਨਾ ਥੱਲੇ ਟੇਢੀ ਜੀ ਲੀਕ ਖਿੱਚੀ ਹੁੰਦੀ ਹੈ। ਉਹ ਜਦੋਂ ਪੁੱਛੀਏ ਕਈ ਗੁਰਸਿੱਖਾਂ ਨੂੰ ਤੇ ਉਹ ਕਹਿੰਦੇ ਨਹੀਂ ਉੱਦਾਂ ਹੀ ਲੱਗੀ ਹੈ। ਸਾਧ ਸੰਗਤ ਜੀ ਉਸ ਤਰ੍ਹਾਂ ਨਹੀਂ ਹੈ, ਉਹ ਵੀ ਇੱਕ ਮਾਤਰਾ ਹੈ। ਮਾਤਰਾ ਤੋਂ ਭਾਵ ਜਿਵੇਂ ਕੰਨਾ ਹੈ, ਸਿਹਾਰੀ ਬਿਹਾਰੀ ਹੈ, ਉਹਦਾ ਅਰਥ ਹੈ ਅੱਖਰ ਨੂੰ ਭਾਰਾ ਕਰਨਾ। ਤੋ ਸਾਧ ਸੰਗਤ ਜੀ ਉਹ ਸੰਭਾਲੇ ਪਾਠ ਤੇ ਇੱਥੇ ਨਹੀਂ ਹੈ, ਸੋਦਰ 'ਚ ਹੈ, ਸੰਭਾਲੇ ਪਾਠ ਹੈ ਉੱਥੇ ਹੁੰਦਾ। ਇਉਂ ਸਾਧ ਸੰਗਤ ਜੀ ਹੋਰ ਵੀ ਬਹੁਤ ਪਾਠ ਅੰਤਰ ਭੇਦ ਹਨ। ਬਾਜੇ ਨਾਦ ਅਨੇਕ ਅਸੰਖਾ, ਕੇਤੇ ਬਾਵਣ ਹਾਰੇ। ਜਿਵੇਂ ਇੱਥੇ ਬਾਵਣ ਹਾਰੇ ਹੈ, ਉੱਥੇ ਗਾਵਣ ਹਾਰੇ ਪਾਠ ਹੈ, ਤੇ ਆਦਿ ਕਾਫੀ ਫਰਕ ਹੈ ਸਾਧ ਸੰਗਤ ਜੀ। ਕੇਤੇ ਰਾਗ ਪਰੀਸਿਓ ਕਹੀਨ, ਕੇਤੇ ਗਾਵਣ ਹਾਰੇ। ਗਾਵਹ ਤਹਨੋ ਪਉਣ ਪਾਣੀ ਬਹਿ ਸੰਤਰ, ਗਾਵਾ ਰਾਜਾ ਧਰਮ ਦੁਆਰੇ। ਸੋਦਰ ਵਿੱਚ ਪਾਠ ਤੁਧਨੋਂ ਧੱਦੇ ਨਾਲ ਆਉਂਦਾ, ਇੱਥੇ ਹਾਹੇ ਨਾਲ ਆਉਂਦਾ। ਇਹਨੂੰ ਹਾਹੇ ਨਾਲ ਹੀ ਪੜ੍ਹਨਾ। ਗਾਵਹ ਤੁਹਨੋਂ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਹ ਚਿੱਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ। ਗਾਵਹ ਈਸਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਗਾਵਹ ਇੰਦ ਇਦਾਸਣ ਬੈਠੇ, ਦੇਵਤਿਆ ਦਰ ਨਾਲੇ। ਗਾਵਹ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹ ਵੀਰ ਕਰਾਰੇ। ਗਾਵਨ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਗਾਵਹ ਮੋਹਣਿਆ ਮਨ ਮੋਹਨ, ਸੁਰਗਾ ਮਚ ਪਿਆਲੇ। ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵਹ ਜੋਧ ਮਹਾਬਲ ਸੂਰਾ, ਗਾਵਹ ਖਾਣੀ ਚਾਰੇ। ਗਾਵਹ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧਨੋ ਗਾਵਹ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਇਸ ਪੰਕਤੀ ਦੇ ਵਿਸ਼ਰਾਮ ਜਿਨਸੀ ਤੇ ਹੈ, ਪਰ ਅਸੀਂ ਕਰਤੇ ਲਾਉਨੇ ਹਾਂ। ਰੰਗੀ ਰੰਗੀ ਭਾਤੀ ਤੇ ਜਮਕ, ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਜਿਨਸੀ ਦੇ ਵਿਸ਼ਰਾਮ ਲਾਉਣਾ। ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਦ ਝੋਲੀ, ਧਿਆਨ ਕੀ ਕਰਹਿ ਬੈ ਭੂਤ। ਖਿੰਥਾ ਕਾਲ ਕੁਆਰੀ ਕਾਇਆ। ਇਹਨੂੰ ਸਾਧ ਸੰਗਤ ਜੀ ਖਿੰਥਾ ਪਾਠ ਹੀ ਪੜ੍ਹਨਾ। ਇਹਨੂੰ ਇਹਦਾ ਉਚਾਰਨ ਗਲਤ ਹੋ ਜਾਂਦਾ ਹੈ।
ਖਿੰਥਾ ਪਾਠ ਸ਼ੁੱਧ ਜਿਹੜਾ ਹੈ ਟਿੱਪੀ ਨਾਲ ਹੈ, ਖਿੰਥਾ ਨਹੀਂ ਕਰ ਜਾਣਾ, ਉੱਪਰ ਟਿੱਪੀ ਲੱਗੀ ਹੈ, ਖਿੰਥਾ ਕਰਾਂਗੇ ਟਿੱਪੀ ਛੁੱਟ ਜਾਵੇਗੀ। ਖਿੰਥਾ, ਖਿੰਥਾ ਕਾਲ ਕੁਆਰੀ ਕਾਇਆ। ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ। ਮਨ ਜੀਤਾ ਜਗ ਜੀਤ ਆਦੇਸ ਤਸਾ ਆਦੇਸ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਭਗਤ ਗਿਆਨ ਦਇਆ ਭੰਡਾਰਨ ਘਾਟ ਘਟ ਵਜਹਿ ਨਾਦ। ਆਪ ਨਾਤ ਨਾਤੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ। ਜਿਵੇਂ ਸਾਧ ਸੰਗਤ ਜੀ ਜਿਵੇਂ ਇਹ ਪਾਠ ਆਇਆ ਹੈ, ਆਪ ਨਾਥ ਨਾਥੀ ਸਭ ਜਾ ਕੀ, ਇਹਨੂੰ ਦੱਦੇ ਨਾਲ ਨਹੀਂ ਥੱਥੇ ਨਾਲ ਹੀ ਪਾਠ ਨੂੰ ਪੜ੍ਹਨਾ। ਔਰ ਅਵਰਾ ਸਾਧ, ਸਾਧ ਪਾਠ ਤੇ ਇੱਥੇ ਸਾਧ ਵੀ ਪੜ੍ਹ ਜਾਂਦੇ ਆ ਕਈ ਵਾਰ। ਸਾਧ ਧੱਦੇ ਨਾਲ ਉਚਾਰਨ ਹੈ। ਸਾਧ ਸਾਦਗੀ ਦਾ ਵਾਚਕ ਹੈ, ਸਾਧ ਸਾਧੂ ਦਾ ਵਾਚਕ ਹੈ। ਦੱਦੇ ਧੱਦੇ ਨੂੰ ਜਿੱਥੇ ਜਿੱਥੇ ਜਦੋਂ ਸੱਸੇ ਕਰਨਾ ਦੱਦਾ ਸਾਧ ਹੈ, ਜੇ ਇਹਨੂੰ ਸਾਧ ਬੋਲਿਆ ਤਾਂ ਧੱਦਾ ਲੱਗ ਜਾਵੇਗਾ। ਇਹਨੂੰ ਪੋਲਾ ਹੀ ਪਾਠ ਕਰਨਾ, ਸਾਧ ਪਾਠ ਕਰਾਂਗੇ ਸ਼ੁੱਧ ਰਹੇਗਾ। ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵ ਹੈ। ਇਸ ਪਾਠ ਨੂੰ ਸੰਜੋਗ ਵਿਜੋਗ ਨਹੀਂ ਕਰਨਾ, ਸੰਜੋਗ ਟਿੱਪੀ ਲਾ ਕੇ, ਸੰਜੋਗ ਵਿਜੋਗ ਦੋਇ ਕਾਰ ਚਲਾਵੈ। ਲੇਖੇ ਆਵਹਿ ਭਾਗ ਆਦੇਸ ਤਸਾ ਆਦੇਸ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਜਿਵ ਤੇ ਸੁਭਾਵਾ ਤਵੈ ਚਲਾਵਾ ਜਿਵ ਹੋਵਾ ਫਰਮਾਨ। ਉਹ ਵੇਖਾ ਉਹਨਾਂ ਨਜ਼ਰ ਨਾ ਆਵਾ ਬਹੁਤਾ ਇਹੋ ਵਿਡਾਣ। ਆਦੇਸ ਤਸਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਸਣ ਲੋਏ ਲੋਏ ਭੰਡਾਰ। ਇਹ ਲੋਏ ਦੂਜੀ ਵਾਰ ਜਿਹੜਾ ਪਾਠ ਉੱਥੇ ਵਿਸ਼ਰਾਮ ਲਾਉਣਾ। ਆਸਣ ਲੋਏ ਲੋਏ ਭੰਡਾਰ ਇਉਂ ਸ਼ੁੱਧ ਪੜ੍ਹਨਾ। ਇੱਥੇ ਲੋਏ ਦੂਜੀ ਵਾਰ ਤੇ ਵਿਸ਼ਰਾਮ ਹੈ। ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖਾ ਸਿਰਜਣਹਾਰ। ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਸਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਇੱਕ ਦੂ ਜੀਬਾ ਲੱਖ ਹੋਏ ਲੱਖ ਹੋਵਹਿ ਲੱਖ ਵੀਸ। ਇਸ ਪਾਠ ਨੂੰ ਸਾਧ ਸੰਗਤ ਜੀ ਜਿਹੜਾ ਜੀਭਾ ਪਾਠ ਹੈ ਇਦਾਂ ਸ਼ੁੱਧ ਕਰਨਾ। ਜੀ ਭਉ ਕਰ ਜਾਂਦੇ ਆ ਜਾਂ ਹੋਰ ਪਾਠ ਵੀ ਕਰਦੇ ਆ। ਜੀਭਾ ਇੱਥੇ ਭੱਬਾ ਲੱਗਾ ਹੈ, ਭੱਬੇ ਕਨੌੜਾ ਭਉ ਤੇ ਜੱਜੇ ਨੂੰ ਬਿਹਾਰੀ ਲੱਗੀ ਹੈ। ਜੀਭਾ ਇਕੱਠਾ ਕਰਨਾ, ਜੀ ਭਉ ਅੱਡ ਨਹੀਂ ਕਰਨਾ, ਜ਼ੁਬਾਨ ਦਾ ਵਾਚਕ ਹੈ। ਇੱਕ ਦੂ ਜੀਭਾ ਲੱਖ ਹੋਏ ਲੱਖ ਹੋਵਹਿ ਲੱਖ ਵੀਸ ਜ਼ੁਬਾਨ ਦਾ ਵਾਚਕ ਹੈ। ਪਾਠ ਨੂੰ ਜੀਭਾ ਭੱਬੇ ਨਾਲ ਕਰਨ ਦਾ ਯਤਨ ਕਰਨਾ। ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼। ਏ ਤੁਰਾਹਿ ਪਤ ਪਵੜੀਆ ਚੜੀਆ ਹੋਏ 21। ਸੁਣ ਇਸ ਪਾਠ ਨੂੰ ਵੀ 21 ਕੱਸ ਕੇ ਕਰਨਾ। 21 ਨਹੀਂ ਕਹਿ ਜਾਣਾ ਐੜੇ ਨਾਲ, ਈੜੀ ਨਾਲ ਪਾਠ 21 21 ਦਾ ਵਾਚਕ ਹੈ। ਜਿਵੇਂ 20 ਤੋਂ ਬਾਅਦ 21 ਸ਼ਬਦ ਆਉਂਦਾ ਹੈ, 21 ਇਉਂ ਪੜ੍ਹਨਾ ਹੈ। ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ। ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ। ਆਖਣ ਜੋਰ ਚੁੱਪਾ ਨਾ ਜੋਰ। ਜੋਰ ਨਾ ਮੰਗਣ ਦੇਣ ਨਾ ਜੋਰ। ਜੋਰ ਨਾ ਜੀਵਨ ਮਰਨ ਨਾ ਜੋਰ। ਜੋਰ ਨਾ ਰਾਜ ਮਾਲ ਮਨ ਸੋਰ। ਜੋਰ ਨਾ ਸੁਰਤੀ ਗਿਆਨ ਵਿਚਾਰ। ਜੋਰ ਨਾ ਜੁਗਤੀ ਛੋਟਾ ਸੰਸਾਰ। ਜੇ ਸੋ ਹੱਥ ਜੋਰ ਕਰ ਵੇਖਾ ਸੋਏ। ਨਾਨਕ ਉਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ
ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਥਾ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵਾ ਨੀਸਾਨ। ਕੱਚ ਪਕਾਈ ਓਥਾ ਪਾਏ, ਨਾਨਕ ਗਿਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਕੇਤੇ ਬਰਮੇ ਘਾੜਤ ਘੜੀਆ, ਰੂਪ ਰੰਗ ਕੇ ਵੇਸ। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼। ਇਸ ਪੌੜੀ 'ਚ ਜਿੰਨੇ ਵਿਸ਼ਰਾਮ ਆ ਰਹੇ ਹਨ, ਪਹਿਲੇ ਪਾਠ ਕੇਤੇ, 2 ਵਾਰ ਕੇਤੇ ਪਾਠ ਆਉਂਦਾ ਹੈ ਨਾ, ਇਹਨੂੰ ਕੇਤੇ ਕੇਤੇ ਕਹਿ ਜਾਂਦੇ ਆ ਸਾਧ ਸੰਗਤ ਜੀ। ਕੇਤੇ ਕੇਤੇ ਨਹੀਂ ਕਰ ਜਾਣਾ, ਜਿਵੇਂ ਕੇਤੀਆ ਕਰਮ ਭੂਮੀ ਮੇਰ ਕੇਤੇ, ਇੱਦਾਂ ਨਹੀਂ ਪੜ੍ਹਨਾ। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼, ਇੱਦਾਂ ਨਹੀਂ। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼। ਪਹਿਲੇ ਕੇਤੇ ਤੇ ਵਿਸ਼ਰਾਮ ਲਾਉਣਾ ਤੇ ਦੂਜੇ ਤੋਂ ਚੱਕਣਾ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਕੇਤੇ ਦੇਵ ਦਾਨਵ ਮਨ ਕੇਤੇ, ਕੇਤੇ ਰਤਨ ਸਮੁੰਦ। ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਗਿਆਨ ਖੰਡ ਮਹ ਗਿਆਨ ਪ੍ਰਚੰਡ, ਤਥਾ ਨਾਦ ਵਿਨੋਦ ਕੋਟ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਥਾ ਘਾੜਤ ਘੜੀਆ ਬਹੁਤ ਅਨੂਪ। ਤਾਕਿਆ ਗਲਾ ਜੇ ਕੋ ਕਹਾ ਵਿਚੈ ਪਛਤਾਏ, ਤਥਾ ਘੜੀਆ ਸੁਰਤ ਮਤ ਮਨ ਬੁੱਧ। ਤਥਾ ਘੜੀਆ ਸੁਰਾ ਸਦਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ। ਤਥਾ ਹੋਰ ਨਾ ਕੋਈ ਹੋਰ, ਤਥਾ ਜੋਧ ਮਹਾਬਲ ਸੂਰ। ਤਿੱਥੈ ਜੋਧ, ਧੱਦੇ ਨਾਲ ਪਾਠ ਕਰਨਾ, ਜੋਧ ਕਵਾਂਗੇ ਦੱਦਾ ਲੱਗਦਾ ਹੈ। ਤਿੱਥੈ ਜੋਧ ਮਹਾਬਲ ਸੂਰ। ਤਨ ਮਹਾਰਾਮ ਰਹਿਆ ਭਰਪੂਰ। ਤਥਾ ਸੀਤੋ ਸੀਤਾ ਮਹਿਮਾ ਮਾਹਿ, ਤਾਕੇ ਰੂਪ ਨਾ ਕਥਨੇ ਜਾਹਿ। ਨਾ ਓਹ ਮਰਹ ਨਾ ਠਾਗੇ ਜਾਹਿ, ਜਨ ਕਾ ਰਾਮ ਵਸੈ ਮਨ ਮਾਹਿ। ਤਥਾ ਭਗਤ ਵਸਹਿ ਕੇ ਲੋਹ, ਕਰਹਿ ਆਨੰਦ ਸੱਚਾ ਮਨ ਸੋਇ। ਸੱਚਖੰਡ ਵਸੈ ਨਿਰੰਕਾਰ, ਕਾਰ ਕਰ ਵੇਖਾ ਨਦਰ ਨਿਹਾਲ। ਤਥਾ ਖੰਡ ਮੰਡਲ ਵਰ ਭੰਡ, ਜੇ ਕੋ ਕਥਾ ਤਾ ਅੰਤ ਨਾ ਅੰਤ। ਤਥਾ ਲੋਹ ਲੋਹ ਆਕਾਰ, ਜਿਵ ਜਿਵ ਹੁਕਮ ਤਵੈ ਤਿਵ ਕਾਰ। ਵੇਖਾ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਾਤੁ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਭਉ ਖੱਲਾ ਅਗਨ ਤਪ ਤਾਉ। ਇਸ ਨੂੰ ਪਾਠ ਨੂੰ ਖੱਲਾ ਹੀ ਅਦਕ ਨਾਲ ਕਰਨਾ, ਖਲਾ ਨਹੀਂ ਕਰਨਾ। ਭਉ ਖੱਲਾ ਅਗਨ ਤਪ ਤਾਉ। ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਇਹ ਜਿਹੜੀ ਭਾਂਡਾ ਪਦ ਤੇ ਬਿੰਦੀ ਆਈ ਹੈ ਸਾਧ ਸੰਗਤ ਜੀ, ਇੱਕੋ ਹੀ ਬਿੰਦੀ ਹੈ ਜਪਜੀ ਸਾਹਿਬ 'ਚ। ਜਪਜੀ ਸਾਹਿਬ ਦੇ ਵਿੱਚ ਬਹੁਤ ਬਿੰਦੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਹ ਸਾਧ ਸੰਗਤ ਦੀ ਗਲਤ ਹੈ, ਅਸ਼ੁੱਧ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਜੋ ਲਾਇਆ ਹੈ ਉਨਾ ਹੀ ਲਾਉਣ ਦਾ ਯਤਨ ਕਰਨਾ, ਵੱਧ ਨਹੀਂ ਘੱਟ ਨਹੀਂ। ਭਾਂਡਾ ਪਦ ਤੇ ਇੱਕ ਬਿੰਦੀ ਹੈ, ਇੱਕੋ ਹੀ ਬਿੰਦੀ ਦੀ ਵਰਤੋਂ ਕਰੇ ਸਾਰੇ ਜਪਜੀ ਸਾਹਿਬ 'ਚ ਸਾਧ ਸੰਗਤ ਜੀ। ਅਰਥਾਂ ਬਾਬਤ ਜੇ ਗੱਲ ਕਰੀਏ ਤਾਂ ਜਿਹੜਾ ਕਥਾ ਵਾਚਕ ਅਰਥ ਕਰ ਰਿਹਾ ਹੈ ਜਾਂ ਅਸੀਂ ਆਪਣੇ ਮਨ ਪ੍ਰਤੀ ਪੜ੍ਹ ਰਹੇ ਹਾਂ, ਜੇ ਸਾਨੂੰ ਅਰਥ ਪਤਾ ਨਹੀਂ ਤਾਂ ਸਾਡੇ ਮਨ ਦੇ ਵਿੱਚ ਅਰਥ ਉਵੇਂ ਹੀ ਚੱਲੀ ਜਾਣਗੇ। ਬਿੰਦੀਆਂ ਨਾਲ ਕੋਈ ਜ਼ਿਆਦਾ ਸਪਸ਼ਟ ਨਹੀਂ ਹੋਣ ਵਾਲੇ ਸਾਧ ਸੰਗਤ ਜੀ। ਜੇ ਬਿੰਦੀਆਂ ਨਾਲ ਅਰਥ ਸਪਸ਼ਟ ਹੋਣ ਜਾਂ ਵਿਆਕਰਣ ਦੇ ਨਾਲ ਅਸੀਂ ਬਾਣੀ ਨੂੰ ਚਲਾਉਣ ਲੱਗ ਜਾਈਏ
ਤਾਂ ਬਹੁਤ ਕੁਝ ਤਬਦੀਲ ਕਰਨਾ ਪਵੇਗਾ। ਔਰ ਬਹੁਤ ਜ਼ਿਆਦੀਆਂ ਵਿਆਕਰਨ ਜਾਂ ਅਰਥਾਂ ਦੇ ਨਾਂ 'ਤੇ ਤਬਦੀਲੀਆਂ ਕਰਕੇ ਸਾਡਾ ਘਾਣ ਵੀ ਹੋਇਆ ਹੈ। ਸਾਧ ਸੰਗਤ ਜੀ 1930 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਖੁਦ ਇਹ ਮਤਾ ਪਾਇਆ ਸੀ SGPC ਨੇ ਕਿ ਪਾਦਸ਼ੇਦ ਸਰੂਪ ਨਹੀਂ ਛਾਪਣੇ। ਪਾਦਸ਼ੇਦ ਜਿਹੜੇ ਹੁਣ ਆਪਾਂ ਤੋੜ ਕੇ ਪਾਠ ਲਿਖੇ ਨੇ ਨਾ, ਇਹ ਸਾਧ ਸੰਗਤ ਜੀ ਸਾਡੇ ਬੱਚਿਆਂ ਨੂੰ ਸਾਨੂੰ ਪਤਾ ਹੀ ਨਹੀਂ ਹੈ, ਖੁਦ ਪਤਾ ਨਹੀਂ ਹੈ ਵੀ ਇਹ ਸਾਡਾ ਨਹੀਂ ਹੈ। ਇਹ ਸਾਧ ਸੰਗਤ ਜੀ ਕਮਜ਼ੋਰ ਕਰਨ ਵਾਸਤੇ ਸਾਨੂੰ ਇਹ ਕਾਢ ਨਿਕਲੀ ਹੈ। ਪਹਿਲਾਂ ਲੜੀਵਾਰ, ਜਿਹਨੂੰ ਆਪ ਪਿੰਡਾਂ 'ਚ ਸੰਗਤਾਂ ਸੰਗਲੀ ਬੀੜ ਕਿਹਾ ਕਰਦੇ ਸੀਗੇ, ਉਹਨੂੰ ਲੜੀਵਾਰ ਸਾਧ ਸੰਗਤ ਜੀ ਕਹਿ ਕੇ ਉਹਦੇ ਤੋਂ ਸਿੱਖ ਪੜ੍ਹਿਆ ਕਰਦੇ। ਜਿੰਨੀਆਂ ਸਾਡੀਆਂ ਪੁਰਾਤਨ ਲਿਖਤਾਂ ਹਨ, ਜਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ, ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀਆਂ ਦੇ, ਸ੍ਰੀ ਸਰਬਲੋਕ ਪ੍ਰਕਾਸ਼ ਭਾਈ ਗੁਰਦਾਸ ਜੀ ਦੀਆਂ ਵਾਰਾਂ ਇਤਿਆਦਿਕ ਜੋ ਵੀ ਪੁਰਾਤਨ ਲਿਖਤ ਮਿਲਦੀ ਆ, ਉਹ ਸਾਰੀ ਦੀ ਸਾਰੀ ਲੜੀਵਾਰ ਸੰਗਲੀ ਬੀੜ ਵਾਲੀ ਹੈ। ਪਰ ਸਾਧ ਸੰਗਤ ਜੀ ਉਹ 1956 ਤੋਂ ਇਹ ਸਾਡੇ 'ਚ ਭੈੜ ਆ ਗਈ। ਸ਼੍ਰੋਮਣੀ ਕਮੇਟੀ ਨੇ ਜਿੱਥੇ ਪਹਿਲਾਂ ਆਪ ਮਤੇ ਪਾਏ ਹੋਏ ਨੇ ਕਿ ਇਹ ਨਹੀਂ ਕਰਨਾ, ਬਾਅਦ 'ਚ ਆਪ ਹੀ ਸਰੂਪ ਵੀ ਛਾਪੇ। ਅੱਜ ਵੀ ਅਸੀਂ ਲੜੀਵਾਰ ਨੂੰ ਪੜ੍ਹਨ ਤੋਂ ਕਤਰਾਉਂਦੇ ਹਾਂ। ਪਾਦਸ਼ੇਦ ਕਿਉਂਕਿ ਹੁਣ ਬੱਚਿਆਂ ਨੂੰ ਸਮਝ ਨਹੀਂ ਆਉਂਦੀ, ਇਹ ਗੱਲ ਕਹਿ ਕੇ ਅਸੀਂ ਪਾਦਸ਼ੇਦ ਪੋਥੀਆਂ ਵੱਲ ਪ੍ਰੇਰ ਰਹੇ ਹਾਂ। ਆਪ ਵੀ ਪਾਦਸ਼ੇਦ ਤੋਂ ਹੀ ਪੜ੍ਹਦੇ ਹਾਂ। ਪਾਦਸ਼ੇਦ ਦਾ ਮਤਲਬ ਹੈ ਤੋੜੇ ਹੋਏ ਪਾਠ ਵਿੱਚ ਜਿਹੜਾ ਇਹ ਗੈਬ ਹੈ ਨਾ ਸ਼ਬਦਾਂ ਦਾ, ਇਹ ਜਿੱਥੇ ਪੰਕਤੀ ਦੀ ਸੰਪੂਰਨਤਾ ਹੀ ਹੁੰਦੀ, ਉੱਥੇ ਤੋਂ ਡੰਡੀਆਂ 'ਤੇ ਜਾ ਕੇ ਗੱਲ ਨਿਬੜਦੀ ਸੀ, ਵਿਚਕਾਰ ਕੋਈ ਗੈਬ ਨਹੀਂ ਹੈ ਸੰਗਲੀ ਬੀੜ ਦੇ। ਤੋਂ ਸਾਧ ਸੰਗਤ ਦੀ ਉਹੀ ਸ਼ੁੱਧ ਹੈ, ਉਹੀ ਠੀਕ ਹੈ। ਇਉਂ ਜੇ ਤਬਦੀਲੀਆਂ ਕਰਨ ਲੱਗੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਇਹ ਸਾਰੇ ਦਾ ਸਾਰਾ ਸਰੂਪ ਬਦਲ ਜਾਵੇਗਾ। ਇੱਕ ਅਕਸ਼ਰ ਬਾਬਾ ਰਾਮ ਰਾਏ ਨੇ ਬਦਲਿਆ ਸੀ ਤੇ ਸਤਿਗੁਰਾਂ ਨੇ ਕਹਿ ਦਿੱਤਾ ਸੀ ਮੇਰੇ ਮੱਥੇ ਨਾ ਲੱਗੀ। ਸਾਧ ਸੰਗਤ ਜੀ ਅਸੀਂ ਜਪਜੀ ਸਾਹਿਬ ਜੀ ਕਈ ਕੁਝ ਬਦਲ ਦਿੱਤਾ ਹੈ। ਇੱਕ ਵਿਦਵਾਨ ਨੇ ਜਪਜੀ ਸਾਹਿਬ ਦੇ ਵਿੱਚ 2000 ਬਿੰਦੀ ਲਾਤੀ। ਸਾਧ ਸੰਗਤ ਜੀ ਕਿਆ ਗੱਲ ਕਰਦੇ ਆ, ਇੰਨਾ ਜ਼ਿਆਦਾ ਅਨਰਥ, ਇੰਨੀ ਜ਼ਿਆਦਾ ਗਲਤ ਗੱਲ, ਬਹੁਤ ਗਲਤ ਕੰਮ। ਇੱਕ ਹੁਣ USA ਦੇ ਵਿੱਚ ਕਿ ਸ਼ਾਇਦ ਕੈਨੇਡਾ ਦੇ ਵਿੱਚ ਇੱਕ ਸਰੂਪ ਛਾਪੇ ਨੇ, ਉਹਨਾਂ ਨੇ ਵੀ ਇਹੀ ਕੰਮ ਕੀਤਾ ਹੈ, ਜਿਹੜਾ ਸਾਧ ਸੰਗਤ ਜੀ ਸਾਡੇ ਵਾਸਤੇ ਘਾਤਕ ਸਿੱਧ ਹੋਵੇਗਾ ਆਉਣ ਵਾਲੇ ਸਮੇਂ 'ਚ। ਤੋ ਇਹਨਾਂ ਚੀਜ਼ਾਂ ਨੂੰ ਕਦੀ ਵੀ ਬਦਲਣ ਦਾ ਯਤਨ ਨਹੀਂ ਕਰਨਾ। ਸਾਧ ਸੰਗਤ ਜੀ ਗੁਰੂ ਨਾਲੋਂ ਅਸੀਂ ਨਹੀਂ ਵੱਡੇ, ਸਤਿਗੁਰੂ ਸਮਰੱਥ ਹਨ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਡੇ 'ਤੇ ਬਖਸ਼ਿਸ਼ਾਂ ਕਰਦੇ ਨੇ, ਅਸੀਂ ਤਬਦੀਲੀ ਕਰਨ ਵਾਲੇ ਨਹੀਂ। ਬਾਬਾ ਰਾਮ ਰਾਏ ਜੀ ਨੇ ਇੱਕ ਸ਼ਬਦ ਬਦਲਿਆ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਰਾਜੇ ਦੇ ਸਾਹਮਣੇ ਮਿੱਟੀ ਬੇਈਮਾਨ ਕੀ ਸ਼ਬਦ ਬਦਲ ਦਿੱਤਾ ਸੀ। ਸਤਿਗੁਰਾਂ ਨੂੰ ਪਤਾ ਲੱਗਾ ਕਿ ਸਾਡੇ ਪੁੱਤਰ ਨੇ ਇਹ ਗੱਲ ਕਰ ਦਿੱਤੀ ਹੈ, ਤਾਂ ਸਾਧ ਸੰਗਤ ਜੀ ਮਹਾਰਾਜ ਜੀਆਂ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਸੀ ਕਿ ਰਾਮ ਰਾਏ ਨੂੰ ਕਹਿ ਦਿਓ ਕਿ ਸਾਡੇ ਮੱਥੇ ਨਾ ਲੱਗੇ। ਉਸ ਦਿਨ ਤੋਂ ਬਾਅਦ 'ਚ ਸਾਧ ਸੰਗਤ ਜੀ ਸਾਹਿਬ ਜੀਆਂ ਨੇ ਆਪਣੇ ਮੱਥੇ ਨਹੀਂ ਲਾਇਆ। ਸਾਧ ਸੰਗਤ ਜੀ ਇੱਕ ਅੱਖਰ ਸ਼ਬਦ, ਇੱਕ ਬਿੰਦੀ ਤੱਕ ਵੀ ਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਸਾਡੇ ਕੋਲੋਂ ਨਾ ਕੁਝ ਤਬਦੀਲੀ ਹੋਵੇ। ਮਹਾਰਾਜ ਅੱਗੇ ਅਰਜ਼ੋਈ ਕਰੀਏ, ਅਰਦਾਸ ਕਰੀਏ, ਬਾਅਦ 'ਚ ਨਿਤਨੇਮ ਤੋਂ ਬਾਅਦ 'ਚ ਮਹਾਰਾਜ ਭੁੱਲਾਂ ਦੀ ਖਿਮਾ ਬਖਸ਼ਣੀ, ਭਾਵੇਂ ਸੰਥਿਆ ਹੋ ਵੀ ਜਾਵੇ, ਜੋ ਮਰਜ਼ੀ ਬਣ ਜਾਈਏ, ਗੁਰੂ ਤੋਂ ਵੱਡੇ ਤਾਂ ਨਹੀਂ। ਤੋ ਸਾਧ ਸੰਗਤ ਜੀ ਪਹਿਲੀ ਗੱਲ ਤਾਂ ਤਬਦੀਲੀ ਨਹੀਂ ਕਰਨੀ, ਦੂਜਾ ਜ਼ਰੂਰ ਮਾਫੀ ਮੰਗਣੀ ਹੈ, ਸੰਥਿਆ ਜ਼ਰੂਰ ਕਰਨੀ, ਸ਼ੁੱਧ ਪੜ੍ਹਨ ਦਾ ਯਤਨ ਕਰਨਾ। ਘੜੀਆ ਸ਼ਬਦ ਸੱਚੀ ਟਕਸਾਰ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਰ। ਇਸ ਪੰਕਤੀ ਦਾ ਵਿਸ਼ਰਾਮ ਜਿਨ ਕਉ ਨਦਰ ਕਰਮ ਤਿਨਕਾਰ, ਕਰਮ ਤੇ ਵਿਸ਼ਰਾਮ ਸ਼ੁੱਧ ਲਾਉਣਾ ਜੀ। ਪੜ੍ਹੋ। ਨਾਨਕ ਨਦਰੀ ਨਦਰ ਨਿਹਾਰ, ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਕੀਲਾ ਸਗਲ ਜਗਤ ਚੰਗਿਆਈਆ ਬੁਰਿਆਈਆ, ਵਾਚਾ ਧਰਮ ਹਦੂਰ, ਕਰਮੇ ਆਪੋ ਆਪਣੀ, ਕੇ ਨੇੜਾ ਕੇ ਦੂਰ, ਜਿਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਸਾਧ ਸੰਗਤ ਜੀ ਜਿਹੜਾ ਚੰਗਿਆਈਆ ਬੁਰਿਆਈਆ ਪਾਠ ਭਾਈ ਸਾਹਿਬ ਨੇ ਪੜ੍ਹਿਆ, ਇਉਂ ਸ਼ੁੱਧ ਪੜ੍ਹਨਾ। ਚੰਗਿਆਈਆਂ ਬੁਰਿਆਈਆਂ ਪੜ੍ਹੀ ਜਾਂਦੇ ਆ, ਇਹ ਗਲਤ ਹੈ ਸਾਧ ਸੰਗਤ ਜੀ। ਫਿਰ ਅਖੀਰਲੀ ਪੰਕਤੀ ਜਿਨੀ ਨਾਮ, ਜਿਨੀ ਇੱਥੇ
ਤਿੰਨ ਤਰ੍ਹਾਂ ਦਾ ਜਿਨੀ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਹੈ। ਇੱਕ ਜੱਜੇ ਸਿਆਰੀ ਉੱਤੇ ਟਿੱਪੀ, ਉਹਨੂੰ ਪੜ੍ਹਨਾ ਹੈ ਜਿੰਨੀ ਟਿੱਪੀ ਲਾ ਕੇ। ਇੱਕ ਸਾਧ ਸੰਗਤ ਜੀ ਇਹ ਹੈ ਜਿਹਦੇ ਤੇ ਜੱਜੇ ਨੂੰ ਤੇ ਨੰਨੇ ਨੂੰ, ਜੱਜੇ ਨੂੰ ਸਿਆਰੀ ਨੰਨੇ ਨੂੰ ਬਿਹਾਰੀ ਹੈ, ਇਹਨੂੰ ਜਿਨੀ ਪੜ੍ਹਨਾ। ਔਰ ਇੱਕ ਥੱਲੇ ਹਲੰਤ ਵਾਲਾ ਆਉਂਦਾ, ਉਹਨੂੰ ਜਿਨੀ, ਉਹਨੂੰ ਥੋੜ੍ਹਾ ਜਿਹਾ ਭਾਰਾ ਕਰਕੇ ਪੜ੍ਹਨਾ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਪਦ ਤੇ ਫੇਰ ਰੁਕ ਜਾਣਾ। ਨਾਨਕ ਤੇ ਮੁਖ ਉਜਲੇ, ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮਝਾਉਂਦੇ, ਕਹਿੰਦੇ ਉਹ ਮੁਖ ਉਜਲੇ ਪਵਿੱਤਰ ਹਨ ਕੇਤੀ ਛੁੱਟੀ ਨਾਲ। ਜਿਨ੍ਹਾਂ ਕਿਹੜੇ ਮੁਖ ਪਵਿੱਤਰ ਹਨ? ਜਿਨੀ ਨਾਮ ਧਿਆਇਆ। ਸਪਸ਼ਟ ਹੋ ਜਾਵੇਗਾ ਨਾ ਜਦੋਂ ਨਾਨਕ ਪਦ ਤੇ ਰੁਕ ਜਾਵੇ। ਨਾਨਕ ਤੇ, ਉਹ ਤੇ ਦਾ ਅਰਥ ਹੁੰਦਾ ਉਹ ਮੁਖ ਪਵਿੱਤਰ ਹਨ। ਤੋ ਸਾਧ ਸੰਗਤ ਜੀ ਐਵੇਂ ਪੜ੍ਹਨਾ, ਪੜ੍ਹ ਦੋ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕੱਲ ਦੇ ਦੀਵਾਨਾਂ ਦੇ ਵਿੱਚ ਸਾਧ ਸੰਗਤ ਜੀ ਜਾਪ ਸਾਹਿਬ ਦੀ ਸੰਥਿਆ ਇਸੇ ਤਰ੍ਹਾਂ ਉਥਾਨਕਾ ਸਹਿਤ ਪ੍ਰੇਮ ਨਾਲ ਆਪ ਸੰਗਤ ਨਾਲ ਸਾਂਝਿਆ ਕਰਨ ਦਾ ਯਤਨ ਕੀਤਾ ਜਾਵੇਗਾ। ਸਵੇਰੇ ਸਾਧ ਸੰਗਤ ਜੀ 6 ਵਜੇ ਤੋਂ 6:40 ਤੱਕ ਕਥਾ 19 ਦਿਨ ਨਾਲ ਹੀ ਹੈ, ਕਿਉਂਕਿ ਲਾਹਾ ਲੈਣ ਵਾਸਤੇ ਗੁਰਸਿੱਖਾਂ ਨੇ ਇਹ ਹੁਕਮ ਕੀਤਾ ਹੈ ਕਿ ਦੋਵੇਂ ਟਾਈਮ ਹੀ ਦਰਬਾਰ 'ਚ ਹਾਜ਼ਰੀ ਭਰੀ ਜਾਵੇ। ਸੰਗਤ ਦੇ ਚਰਨਾਂ 'ਚ ਬੇਨਤੀ ਹੈ ਸਵੇਰ ਦੇ ਦੀਵਾਨਾਂ 'ਚ ਵੀ ਹਾਜ਼ਰੀ ਭਰਨ ਦਾ ਯਤਨ ਕਰਨਾ।